ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਵਾਲੀ ਵੀਡੀਓ ਦੇ ਨਾਲ ਅਸੀਂ ਇੱਕ ਲੜੀ ਸ਼ੁਰੂ ਕਰਨ ਜਾ ਰਹੇ ਹਾਂ। ਇਹ ਲੜੀ ਹੈ ਰੇਖਾ ਚਿੱਤਰ ਬਲਵੰਤ ਗਾਰਗੀ ਜੀ ਦਾ ਲਿਖਿਆ ਹੋਇਆ, ਸਾਡੇ ਪੰਜਾਬੀ ਦਾ ਪਹਿਲਾ ਰੇਖਾ ਚਿੱਤਰ ਜੋ ਕਿ 1961 ਵਿੱਚ ਬਲਵੰਤ ਗਾਰਗੀ ਜੀ ਵੱਲੋਂ ਲਿਖਿਆ ਗਿਆ ਹੈ। ਪੰਜਾਬੀ ਸਾਹਿਤ ਵਿੱਚ ਪਿਰਤ ਵੀ ਇਸੇ ਰੇਖਾ ਚਿੱਤਰ ਨਾਲ ਪਈ ਹੈ ਔਰ ਇਹ ਬਹੁਤ ਸਾਰੀਆਂ ਪੰਜਾਬੀ ਦੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿੱਚ ਵੀ ਪੁੱਛਿਆ ਜਾਂਦਾ ਹੈ। MA ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਇਹ ਜਿਹੜਾ ਸਿਲੇਬਸ ਦੇ ਵਿੱਚ ਲੱਗਿਆ ਹੋਇਆ ਹੈ। ਕੁੱਲ ਮਿਲਾ ਕੇ ਕਿ ਇਹ ਪੰਜਾਬੀ ਸਾਹਿਤ ਨਾਲ ਜੁੜੇ ਹਰ ਸ਼ਖਸ ਨੂੰ ਜਿਹੜਾ ਹੈ ਫਾਇਦੇਮੰਦ ਹੋਣਗੀਆਂ ਅਤੇ ਤੁਸੀਂ ਜੁੜੇ ਰਹਿਣਾ ਹੈ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜਿਹੜੇ ਸਾਹਿਤ ਦੇ ਨਾਲ ਜੁੜੇ ਹੋਏ ਸਾਥੀ ਨੇ। ਠੀਕ ਹੈ, ਸਮਾਂ ਬਹੁਤ ਜ਼ਿਆਦਾ ਹੈ ਕਿਉਂਕਿ ਮਾਸਟਰ ਕੇਡਰ ਹਜੇ ਨਹੀਂ ਆਏਗਾ। ਠੀਕ ਹੈ, ਅਤੇ ਇਹਦੇ ਨਾਲ ਕੀ ਆ, ਮੇਰਾ ਇਰਾਦਾ ਪਹਿਲਾਂ ਇਹ ਸੀ ਕਿ ਵੀਡੀਓ ਜਿਹੜੀ ਇੱਕੋ ਵੀਡੀਓ 'ਚ ਬਣਾਈ ਜਾਵੇ, ਪਰ ਫਿਰ ਮੈਨੂੰ ਲੱਗਾ ਕਿ ਕਿਉਂ ਨਾ ਇਸ ਨੂੰ ਇਕੱਲੇ ਰੇਖਾ ਚਿੱਤਰ ਨੂੰ ਇਕੱਲੀ ਵੀਡੀਓ 'ਚ ਅਪਲੋਡ ਕੀਤਾ ਜਾਵੇ। ਆਪਣਾ ਚੈਨਲ ਆ, ਜਿੱਦਾਂ ਮਰਜ਼ੀ ਆਪਾਂ ਆਪਣੇ ਸਾਥੀਆਂ ਨੂੰ ਜਿੱਦਾਂ ਫਾਇਦਾ ਪਹੁੰਚ ਸਕਦਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਕੁਝ ਮੇਰੀਆਂ ਭੈਣਾਂ ਜਿਹੜੀਆਂ ਨੇ ਉਹ ਵਿਆਹੀਆਂ ਵਰੀਆਂ ਗਈਆਂ ਨੇ, ਘਰ ਗ੍ਰਸਤੀ ਦੇ ਕੰਮ ਹੁੰਦੇ ਆ, ਇੰਨਾ ਕਿਤਾਬ ਪੜ੍ਹਨ ਦਾ ਟਾਈਮ ਵੀ ਨਹੀਂ ਹੁੰਦਾ। ਫਿਰ ਉਹ ਕੀ ਕਰਦੀਆਂ ਨੇ, ਰਸੋਈ ਵਿੱਚ ਵੀ ਕਈ ਮੈਨੂੰ ਭੈਣਾਂ ਕਮੈਂਟ ਕਰਦੀਆਂ ਹੁੰਦੀਆਂ ਜਾਂ ਮੈਸੇਜ ਦੱਸਦੀਆਂ ਨੇ ਕਿ ਅਸੀਂ ਹੈੱਡਫੋਨ ਲਾ ਕੇ ਮੈਡਮ ਤੁਹਾਡੀ ਕਹਾਣੀ ਸੁਣੀ ਆ, ਤੁਹਾਡੀ ਬੋਲੀ ਹੋਈ ਕਹਾਣੀ। ਸੋ ਫਿਰ ਇੱਦਾਂ ਚੰਗਾ ਲੱਗਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਸਾਹਿਤ ਨਾਲ ਜੁੜੇ ਹੋਏ ਹਾਂ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ, ਕਿਉਂਕਿ ਪਹਿਲੀ ਵੀਡੀਓ ਮੈਨੂੰ ਥੋੜ੍ਹਾ ਜਿਹਾ ਦੱਸਣਾ ਪੈਣਾ ਸੀ, ਅਤੇ ਹੁਣ ਆਪਾਂ ਰੇਖਾ ਚਿੱਤਰ ਪੜ੍ਹਦੇ ਹਾਂ। ਪੂਰੇ ਧਿਆਨ ਦੇ ਨਾਲ, ਠਰਮੇ ਦੇ ਨਾਲ ਸੁਣਨਾ, ਕਾਹਲੀ ਨਾ ਕਰਨਾ। ਜੇ ਤੁਹਾਨੂੰ ਜ਼ਿਆਦਾ ਹੀ ਕਾਹਲੀ ਹੈ ਤਾਂ ਫਿਰ ਕਿਤੇ ਵੀਡੀਓ ਸੁਣ ਲੈਣਾ, ਕਿਉਂਕਿ ਅੱਕਣਾ ਨਾ, ਕਿਉਂਕਿ ਪਰ ਜਦੋਂ ਮੈਂ ਪੜ੍ਹਦੀ ਹਾਂ ਨਾ ਆਪਾਂ ਨਹੀਂ ਅੱਕਦੇ। ਭਲਾ ਫਿਰ ਸੂਰਜ ਸਵੇਰ ਨੂੰ ਚੜ੍ਹ ਜਾਵੇ ਅਤੇ ਨਾਵਲ ਪੂਰਾ ਕਿਤਾਬ ਪੂਰੀ ਖ਼ਤਮ ਕਰਕੇ ਹੀ ਹਟੀਦਾ ਆ। ਅਤੇ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਕਰਦੇ ਹੈਗੇ ਆ, ਅਤੇ ਬਿਲਕੁਲ ਨਾ ਅੱਕਣਾ। ਕਰਦੇ ਹਾਂ ਵੀ ਸ਼ੁਰੂ ਅੰਮ੍ਰਿਤਾ ਪ੍ਰੀਤਮ ਜੀ ਬਾਰੇ, ਜੋ ਬਲਵੰਤ ਗਾਰਗੀ ਜੀ ਰੇਖਾ ਚਿੱਤਰ ਲਿਖਦੇ ਨੇ ਜਿਹਦਾ, ਉਹ ਕਰਦੇ ਆਪਾਂ, ਪੜ੍ਹਦੀ ਹਾਂ ਮੈਂ, ਅਤੇ ਤੁਸੀਂ ਉਮੀਦ ਹੈ ਪੂਰਾ ਸਾਥ ਦਿਓਗੇ। 19 ਦਿਨੀ ਅੰਮ੍ਰਿਤਾ ਪ੍ਰੀਤਮ ਅੰਮ੍ਰਿਤਾ ਕੌਰ ਹੁੰਦੀ ਸੀ। 1943 ਵਿੱਚ ਫੱਗਣ ਦੇ ਸਾਲਾਨਾ ਮੇਲੇ ਉੱਤੇ ਮੈਂ ਪ੍ਰੀਤਨਗਰ ਗਿਆ ਸਾਂ। ਲੰਗਰ ਦੇ ਬਾਹਰ ਨਵਤੇਜ ਮਿਲਿਆ ਤਾਂ ਉਸਨੇ ਇਹ ਖਬਰ ਸੁਣਾਈ, ਇਸ ਵਾਰੀ ਕਵੀ ਦਰਬਾਰ ਚੰਗਾ ਰਹੇਗਾ। ਅੰਮ੍ਰਿਤ ਕੌਰ ਵੀ ਆਈ ਹੋਈ ਹੈ। ਅੰਮ੍ਰਿਤ ਕੌਰ ਕੌਣ ਹੈ, ਮੈਂ ਪੁੱਛਿਆ। ਬਹੁਤ ਸੋਹਣੀ ਕੁੜੀ ਹੈ, ਤਾਂ ਬਹੁਤ ਵਧੀਆ ਕਵਿਤਾ ਲਿਖਦੀ ਹੈ। ਨਵਤੇਜ ਨੇ ਮੋਟੇ ਸ਼ੀਸ਼ਿਆਂ ਦੀ ਐਨਕ ਵਿੱਚੋਂ ਅੱਖਾਂ ਝਪਕ ਕੇ ਆਖਿਆ, ਸੋਹਣੀਆਂ ਕੁੜੀਆਂ ਘੱਟ ਹੀ ਸੋਹਣੀ ਕਵਿਤਾ ਲਿਖਦੀਆਂ ਹਨ। ਮੈਂ ਆਪਣਾ ਸ਼ੰਕਾ ਦੱਸਿਆ। ਨਵਤੇਜ ਬੋਲਿਆ, ਪਰ ਅੰਮ੍ਰਿਤ ਤਾਂ ਕਮਾਲ ਹੈ, ਇਸ ਵੇਲੇ ਦਾਰਜੀ ਕੋਲ ਬੈਠੀ ਹੈ, ਹੁਣੇ ਇੱਧਰ ਆਈ ਤਾਂ ਤੈਨੂੰ ਮਿਲਾਵਾਂਗਾ। ਪ੍ਰੀਤ ਲੜੀ ਵਿੱਚ ਉਸਦੀਆਂ ਕਵਿਤਾਵਾਂ ਅਕਸਰ ਛਪਦੀਆਂ ਹਨ, ਜਜ਼ਬਿਆਂ ਸਿੰਮੀਆਂ, ਪਿਆਰ ਸਦਰਾਂ ਨਾਲ ਢਕੀਆਂ ਹੋਈਆਂ ਸੋਹਣੀਆਂ ਕਵਿਤਾਵਾਂ। ਖੁਦ ਵੀ ਬਹੁਤ ਸੋਹਣੀ ਹੈ। ਅੰਮ੍ਰਿਤ ਮਿਲੀ। ਉਸ ਅੱਖਾਂ ਵਿੱਚ ਕੱਜਲ ਪਾਇਆ ਹੋਇਆ ਸੀ, ਉਸਦੇ ਕਾਲੇ ਡੋਰੇ ਕੰਨਾਂ ਤੱਕ ਜਾਂਦੇ ਸਨ, ਬੁੱਲ ਪਤਲੇ, ਦਰਮਿਆਨਾ ਕੱਦ। ਉਸਦੇ ਚਿਹਰੇ ਉੱਤੇ ਇੱਕ ਚੇਤਨ ਜਨਾਨੀ ਦਾ ਨਖਰਾ ਸੀ, ਜਿਸ ਨੂੰ ਲੋਕ ਸੋਹਣੀ ਆ ਕੇ ਚੰਬਲਾ ਰੱਖਿਆ ਹੋਇਆ ਹੋਵੇ। ਮੈਂ ਆਖਿਆ, ਬਈ ਨਵਤੇਜ, ਮੈਨੂੰ ਤਾਂ ਇਹ ਕੁੜੀ ਕੋਈ ਸੋਹਣੀ ਨਹੀਂ ਲੱਗੀ। ਕਿਉਂ? ਬਹੁਤ ਆਮ ਜਿਹੀ ਹੈ। ਤਰਕਾਲੀ ਕਵੀ ਦਰਬਾਰ ਸੀ, ਬਹੁਤ ਸਾਰੇ ਕਵੀਆਂ ਨੇ ਆਪਣੀ ਕਵਿਤਾ ਪੜ੍ਹੀ। ਅੰਮ੍ਰਿਤਾ ਨੇ ਬੰਗਾਲ ਦੇ ਕਾਲ ਉੱਤੇ ਇੱਕ ਨਜ਼ਮ ਪੜ੍ਹੀ, ਕਿੰਨਾ ਕੁਝ ਫਾਲਤੂ। ਉਸਨੇ ਬੜੀ ਅਦਾ ਨਾਲ ਇਹ ਕਵਿਤਾ, ਜੋ ਛੰਦਬੰਦੀ ਦੀ ਕੈਦ ਤੋਂ ਆਜ਼ਾਦ ਸੀ, ਸੁਣਾਈ। ਲੋਕਾਂ ਨੇ ਤਾੜੀਆਂ ਮਾਰੀਆਂ। ਨਵਤੇਜ ਮੇਰੇ ਕੋਲ ਹੀ ਬੈਠਾ ਸੀ। ਮੈਂ ਉਸ ਵੱਲ ਤੱਕਿਆ ਅਤੇ ਆਖਿਆ, ਬੜੀ ਬਨਾਵਟ ਹੈ ਇਸ ਕਵਿਤਾ ਵਿੱਚ, ਮੈਨੂੰ ਤਾਂ ਉੱਕਾ ਚੰਗੀ ਨਹੀਂ ਲੱਗੀ। ਨਵਤੇਜ ਬੋਲਿਆ, ਬੰਗਾਲ ਦੇ ਮਹਾਕਾਲ ਉੱਤੇ ਹੈ। ਮੈਂ ਆਖਿਆ, ਮਹਾਕਾਲ ਉੱਤੇ ਲਿਖਣ ਨਾਲ ਕੋਈ ਮਹਾਕਵਿਤਾ ਨਹੀਂ ਬਣ ਜਾਂਦੀ। ਮੈਨੂੰ ਤਾਂ ਇਹ ਬਹੁਤ ਓਪਰੀ ਅਤੇ ਫਾਲਤੂ ਜਾਪੀ। ਦਿਲ ਉੱਤੇ ਇਸ ਵਿੱਚ ਕੋਈ ਝਰੀਟ ਨਹੀਂ ਪਾਈ। ਪ੍ਰੀਤਨਗਰ ਜਿਸ ਕਿਸੇ ਨੂੰ ਵੇਖਿਆ ਅੰਮ੍ਰਿਤਾ ਦੇ ਗੁਣ ਗਾ ਰਿਹਾ ਸੀ, ਜਿਵੇਂ ਕੋਈ ਚਾਹ ਦੀ ਪਿਆਲੀ ਵਿੱਚ ਗੁੜ ਦੀ ਪੂਰੀ ਭੇਲੀ ਘੋਲ ਦੇਵੇ। ਇਸ ਤਰ੍ਹਾਂ ਦੀ ਇਹ ਤਾਰੀਫ ਸੀ। ਮੈਨੂੰ ਸਗੋਂ ਇਸ ਨਾਲ ਕੁਝ ਚਿੜ ਜਿਹੀ ਹੋ ਗਈ। ਦੂਜੇ ਦਿਨ ਅੰਮ੍ਰਿਤਾ ਨੇ ਆਪਣੀ ਕਿਤਾਬ ਬੱਦਲਾਂ ਦੇ ਪੱਲੇ ਵਿੱਚ ਮੈਨੂੰ ਵਿਖਾਈ। ਇੱਕ ਸਫ਼ੇ ਉੱਤੇ 4 ਸਤਰਾਂ। ਜੰਗ ਦਾ ਜ਼ਮਾਨਾ ਸੀ, ਕਾਗਜ਼ ਦਾ ਕਾਲ ਸੀ, ਦੂਣੇ ਤੀਣੇ ਪੈਸੇ ਉੱਤੇ ਵੀ ਨਹੀਂ ਸੀ ਲੱਭਦਾ। ਮੋਟਾ ਐਂਟਿਕ ਕਾਗਜ਼ ਵਰਤ ਕੇ ਅੱਗਿਓਂ ਪਿੱਛੋਂ ਕਾਫੀ ਚੌੜੇ ਹਾਸ਼ੀਏ ਛੱਡ ਉਸ ਕਵਿਤਾਵਾਂ ਦੀ ਇਹ ਕਿਤਾਬ ਤਿਆਰ ਕੀਤੀ ਸੀ। ਮੈਂ ਸਫ਼ੇ ਪਰਤਦਿਆਂ ਆਖਿਆ, ਕਿੰਨਾ ਕੁਝ ਫਾਲਤੂ। ਉਸ ਦੇ ਮੱਥੇ ਉੱਤੇ ਤਿਉੜੀ ਖਿੱਚੀ ਗਈ ਅਤੇ ਕੱਜਲ ਦੇ ਡੋਰੇ ਹੋਰ ਵੀ ਡੂੰਘੇ ਹੋ ਗਏ। ਮੈਂ ਆਖਿਆ, ਜਿਲਦ ਸੋਹਣੀ ਹੈ, ਕਾਗਜ਼ ਵਧੀਆ ਹੈ, ਪਰ ਕਵਿਤਾਵਾਂ
ਬਹੁਤ ਸਾਰੀਆਂ ਦਾ ਵਜ਼ਨ ਡੋਲਦਾ ਹੈ, ਪਰ ਮੈਂ ਤਾਂ ਵਜ਼ਨ ਤੋਂ ਬਗੈਰ ਹੀ ਲਿਖੀਆਂ ਨੇ। ਤੁਹਾਡੀਆਂ ਕਵਿਤਾਵਾਂ ਦਾ ਵਜ਼ਨ ਗਲਤ ਹੈ। ਮੈਂ ਬਹੁਤ ਰੁੱਖੇ ਜਿਹੇ ਲਹਿਜੇ ਵਿੱਚ ਆਖਿਆ। ਕੀ ਤੁਸੀਂ ਕਵਿਤਾ ਲਿਖਦੇ ਹੋ? ਉਸ ਮੇਣਾ ਮਾਰਿਆ। ਨਹੀਂ, ਪਰ ਪਰਖਦਾ ਹਾਂ। ਪ੍ਰੀਤਲੜੀ ਵਿੱਚ ਤਾਂ ਕਦੇ ਕਿਸੇ ਇਹਨਾਂ ਦੇ ਵਜ਼ਨ ਦੀ ਗਲਤੀ ਨਹੀਂ ਕੱਢੀ। ਮੈਂ ਉੱਤਰ ਦਿੱਤਾ, ਪ੍ਰੀਤਲੜੀ ਦੇ ਕਰਤਿਆਂ ਧਰਤਿਆਂ ਨੂੰ ਕਵਿਤਾ ਦੇ ਮੀਟਰ ਦੀ ਘੱਟ ਹੀ ਸਮਝ ਹੈ। ਮੈਂ ਨਵਤੇਜ ਨਾਲ ਗੱਲਾਂ ਕੀਤੀਆਂ ਹਨ। ਉਸਨੂੰ ਕਵਿਤਾ ਦੇ ਖਿਆਲ ਦੀ ਪਰਖ ਹੈ, ਪਰ ਰੂਪ ਦੀ ਨਹੀਂ। ਤੇ ਖਿਆਲ ਆਪਣੇ ਆਪ ਵਿੱਚ ਕਿੰਨਾ ਹੀ ਮਹਾਨ ਕਿਉਂ ਨਾ ਹੋਵੇ, ਬਗੈਰ ਰੂਪ ਦੇ ਮੂਰਤੀਮਾਨ ਨਹੀਂ ਹੋ ਸਕਦਾ। ਜਿਸ ਕਵਿਤਾ ਦਾ ਵਜ਼ਨ ਗਲਤ ਹੈ ਉਹ ਉਸ ਘੜੀ ਵਾਂਗ ਹੈ ਜੋ ਵਕਤ ਗਲਤ ਦੱਸਦੀ ਹੋਵੇ। ਘੜੀ ਹੈ, ਸੂਈਆਂ ਹਨ, ਚਾਬੀ ਹੈ, ਉਹ ਟਿਕ ਟਿਕ ਵੀ ਕਰਦੀ ਹੈ, ਪਰ ਜਦ ਕਵਿਤਾ ਇਹ ਗਲਤ ਦੱਸੇ, ਜਦ ਵਕਤ ਹੀ ਗਲਤ ਦੱਸੇ ਤਾਂ ਅਜਿਹੀ ਘੜੀ ਦਾ ਕੀ ਫਾਇਦਾ। ਮੈਂ ਆਪਣੀ ਕਵਿਤਾ ਨੂੰ ਰਵਾਇਤੀ ਛੰਦਾਂ ਤੇ ਵਜਨਾਂ ਤੇ ਛੰਦਾਂ ਉੱਤੇ ਨਹੀਂ ਢਾਲਦੀ। ਮੈਂ ਨਵੀਆਂ ਬਹਿਰਾਂ ਵਿੱਚ ਤਜਰਬੇ ਕਰ ਰਹੀ ਹਾਂ। ਪਹਿਲਾਂ ਤੁਸੀਂ ਪੁਰਾਣੇ ਬਹਿਰਾਂ ਤੇ ਛੰਦਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰੋ। ਜੋ ਪੁਰਾਣੇ ਛੰਦ ਉੱਤੇ ਪੂਰੀ ਤਰ੍ਹਾਂ ਹਾਵੀ ਨਹੀਂ, ਉਹ ਨਵੇਂ ਤਜਰਬੇ ਵੀ ਨਹੀਂ ਕਰ ਸਕਦਾ। ਕਿਉਂ? ਮੇਰੀ ਕਵਿਤਾ ਨਵੇਂ ਖਿਆਲਾਂ ਨੂੰ, ਨਵੇਂ ਵਲਵਲਿਆਂ ਨੂੰ ਪ੍ਰਗਟਾਉਂਦੀ ਹੈ, ਇਸ ਲਈ ਇਹਨਾਂ ਦੀ ਚਾਲ ਤੇ ਨੁਹਾਰ ਨਵੇਕਲੀ ਹੋਵੇਗੀ। ਤੁਸੀਂ ਅਡਰਾ ਵਜਨ ਚੁਣਦੇ ਹੋ, ਪਰ ਨਿਰਾ ਅਡਰਾ ਵਜਨ ਚੁਣਨ ਨਾਲ ਕਵਿਤਾ ਵਿੱਚ ਉਹ ਗੱਲ ਨਹੀਂ ਆ ਸਕਦੀ ਜਿਹੜੀ ਤੁਸੀਂ ਸੋਚਦੇ ਹੋ। ਤੁਹਾਡੇ ਮੀਟਰ ਵਿੱਚ ਕੱਚਾਪਨ ਹੈ, ਜਿਵੇਂ ਕੱਚੇ ਪਿੱਲੇ ਭਾਂਡੇ ਵਿੱਚ ਹੁੰਦਾ ਹੈ। ਰਤਾ ਕੋ ਟੁਣਕਾ ਕੇ ਵੇਖੋ ਤਾਂ ਇਹ ਖੜਕਦਾ ਨਹੀਂ। ਜੇ ਮੈਂ ਘੁਮਿਆਰਨ ਦੀ ਇਹ ਤੁਲਨਾ ਜਾਰੀ ਰੱਖਾਂ ਤਾਂ ਇਸ ਤਰ੍ਹਾਂ ਆਖਾਂਗਾ ਕਿ ਤੁਸੀਂ ਚੱਕ ਉੱਤੇ ਬੈਠ ਕੇ ਸੰਜਮ ਨਹੀਂ ਕੀਤਾ। ਇਸੇ ਕਰਕੇ ਹੀ ਤੁਹਾਡੀਆਂ ਸੱਜਰੀਆਂ ਸੁਰਾਈਆਂ ਦੇ ਕੰਢੇ ਟੇਢੇ ਮੇਢੇ ਹਨ। ਇਹਨਾਂ ਵਿੱਚ ਇੱਕ ਨਿਪੁੰਨ ਘੁਮਿਆਰਨ ਦੀਆਂ ਉਂਗਲਾਂ ਦੀ ਸ਼ੋਅ ਨਹੀਂ ਆ। ਤੁਹਾਡੀ ਕਵਿਤਾ ਦੇ ਸ਼ਬਦ ਇੱਕ ਦੂਜੇ ਨਾਲ ਖਹਿ ਕੇ ਭਖਦੇ ਨਹੀਂ। ਇਹਨਾਂ ਵਿੱਚੋਂ ਚੰਗਿਆੜੇ ਨਹੀਂ ਨਿਕਲਦੇ। ਉਸ ਗਰੂਰ ਦੇ ਪੱਲੇ ਵਿੱਚੋਂ ਝਾਕ ਕੇ ਆਖਿਆ, ਚੰਗਿਆੜੇ ਤਾਂ ਨਿਕਲਦੇ ਹਨ, ਪਰ ਮਹਿਸੂਸ ਕਰਨ ਦੀ ਗੱਲ ਹੈ। ਮੈਂ ਵਿਅੰਗ ਨਾਲ ਆਖਿਆ, ਹਾਂ, ਮਹਿਸੂਸ ਕਰਨ ਦੀ। ਉਸ ਸਿਰ ਚੁੱਕਿਆ, ਤੁਸੀਂ ਕਵਿਤਾ ਨਾ ਲਿਖਣਾ ਕਦੀ, ਨਹੀਂ ਤਾਂ ਤੁਹਾਡੀ ਕਵਿਤਾ ਦੇ ਚੰਗਿਆੜੇ ਲੋਕਾਂ ਨੂੰ ਸਾੜ ਦੇਣਗੇ। ਜਦ ਨਵਤੇਜ ਆਇਆ ਤਾਂ ਸਾਡੀਆਂ ਗੱਲਾਂ ਵਿੱਚੋਂ ਚੰਗਿਆੜੇ ਨਿਕਲ ਰਹੇ ਸਨ। ਜਿਤਨਾ ਉਹ ਆਪਣੀ ਕਵਿਤਾ ਬਾਰੇ ਸਫਾਈ ਪੇਸ਼ ਕਰਦੀ, ਉਤਨਾ ਜ਼ਿਆਦਾ ਮੈਂ ਤੇਜ਼ ਵਾਰ ਕਰਦਾ। ਰੋਟੀ ਖਾਣ ਚਲੇ ਗਏ। ਮੈਂ ਬਾਹਰ ਬਾਗ ਵਿੱਚ ਟਹਿਲਦਾ ਰਿਹਾ। ਉਨੀ ਦਿਨੀ ਅਮਰਤਾ ਬਹੁਤਾ ਕਰਕੇ ਪਿਆਰ ਤਰਾਟ, ਬੱਦਲਾਂ, ਚੰਨ, ਰਾਤ ਦੇ ਕੂਲੇ ਹਨੇਰੇ, ਪਾਉ ਬਟਾਲੇ ਦੇ ਗੀਤ ਗਾਉਂਦੀ ਸੀ। ਅੰਮੜੀ ਦਾ ਵਿਹੜਾ, ਤ੍ਰਿੰਜਣ, ਧੂੰਆਂ, ਬੁੱਤਗਾੜਾ ਸੋਹਣੀਆਂ ਕਵਿਤਾਵਾਂ ਸਨ। ਲੋਕ ਗੀਤਾਂ ਦੇ ਆਧਾਰ ਉੱਤੇ ਲਿਖੀਆਂ ਕੁਝ ਚੀਜ਼ਾਂ ਵਿੱਚ ਆਉਣ ਵਾਲੀ ਕਵਿਤਾ ਦੀਆਂ ਤੁਰੀਆਂ ਫੁੱਟ ਰਹੀਆਂ ਸਨ, ਪਰ ਉਹ ਬਹੁਤਾ ਕਰਕੇ ਕਵਿਤਾ ਦੇ ਰੂਪਾਂ ਤੇ ਛੰਦ ਦੇ ਨਾਜ਼ੁਕ ਮਿਜ਼ਾਜ ਤੋਂ ਗਾਫਿਲ ਸੀ। ਇਸ ਕਰਕੇ ਕਵਿਤਾ ਵਿੱਚ ਝਟਕੇ ਲੱਗਦੇ ਸਨ। ਬਹੁਤ ਸਾਰੇ ਦੋਸਤਾਂ ਸਨੇਹੀਆਂ ਦੀ ਤਵੱਜੋ ਇਹਨਾਂ ਤਰੁੱਟੀਆਂ ਵੱਲ ਨਹੀਂ ਸੀ। ਭੈੜੀ ਕਵਿਤਾ ਵਿੱਚ ਕੋਈ ਸੁੰਦਰ ਬੰਦ ਆ ਜਾਵੇ ਤਾਂ ਉਹ ਚਮਕਦਾ ਹੈ। ਚੰਗੀ ਕਵਿਤਾ ਵਿੱਚ ਭੈੜੇ ਬੰਦ ਰੜਕਦੇ ਹਨ। ਮੈਂ ਅਮਰਤਾ ਨਾਲ ਇਸ ਰੜਕਦੀਆਂ ਰੜਕਾਂ ਕੱਢੀਆਂ। ਦੇਖ ਲਓ ਬਲਵੰਤ ਗਾਰਗੀ ਦੀ ਅੱਖ ਨਾ। ਇਹ ਮੇਰੀ ਪਹਿਲੀ ਮੁਲਾਕਾਤ ਸੀ। ਇਸ ਪਿੱਛੋਂ ਬਹੁਤ ਮੁੱਦਤ ਮੈਂ ਅਮਰਤਾ ਨੂੰ ਨਾ ਮਿਲਿਆ। ਲਾਹੌਰ ਰੇਡੀਓ ਸਟੇਸ਼ਨ ਉੱਤੇ ਨੌਕਰ ਹੋ ਗਿਆ। ਉੱਥੇ ਦੁੱਗਲ ਨੇ ਦੱਸਿਆ, ਪਹਿਲਾਂ ਕਦੇ ਅਮਰਤਾ ਪ੍ਰੋਗਰਾਮ ਕਰਨ ਆਉਂਦੀ ਸੀ, ਪਰ ਹੁਣ ਉਸ ਆਉਣ ਤੋਂ ਇਨਕਾਰ ਕਰ ਦਿੱਤਾ। ਕਿਉਂ? ਪਤਾ ਨਹੀਂ। ਇੱਕ ਦਿਨ ਸਾਹਿਤਕਾਰਾਂ ਦੀ ਮੀਟਿੰਗ ਸੀ। ਅਸੀਂ ਅਮਰਤਾ ਨੂੰ ਸੱਦਾ ਭੇਜਿਆ, ਉਹ ਨਾ ਆਈ। ਫਿਰ ਇੱਕ ਮੀਟਿੰਗ ਮੇਰੇ ਘਰ ਹੋਈ, ਉਸ ਅਖਵਾ ਭੇਜਿਆ, ਕੋਸ਼ਿਸ਼ ਕਰਾਂਗੀ। ਤਰਕਾਲੀ ਟੈਨਿਸ ਖੇਡ ਕੇ ਮੁੜਦੀ ਹੋਈ ਸਾਈਕਲ ਉੱਤੇ ਉਹ ਮੇਰੇ ਘਰ ਇਹ ਆਖਣ ਆ ਗਈ, ਕੱਲ੍ਹ ਉਹ ਮੀਟਿੰਗ ਉੱਤੇ ਨਹੀਂ ਆ ਸਕੇਗੀ, ਉਸਨੂੰ ਜ਼ਰੂਰੀ ਕੰਮ ਹੈ। ਉਸਨੂੰ ਬੈਠਣ ਨੂੰ ਆਖਿਆ, ਉਹ ਉੱਪਰਿਆਂ ਵਾਂਗ ਬੈਠ ਗਈ। ਨੌਕਰ ਨੇ ਚਾਹ ਲਿਆਂਦੀ। ਚਾਹ ਪੀਓਗੇ? ਚਾਹ ਤੇ ਮੈਂ ਘੁੱਟ ਹੀ ਪੀਂਦੀ ਹਾਂ। ਅੱਜ ਇੱਕ ਘੁੱਟ ਪੀ ਲਓ। ਮੈਂ ਕੇਤਲੀ ਵਿੱਚੋਂ ਚਾਹ ਦਾ ਪਿਆਲਾ ਭਰਿਆ। ਅੱਛਾ ਦੱਸੋ, ਤੁਸੀਂ ਮੀਟਿੰਗ ਉੱਤੇ ਕਿਉਂ ਨਹੀਂ ਆ ਰਹੇ? ਮੈਂ ਬਹੁਤ ਮੀਟਿੰਗਾਂ ਵਿੱਚ ਜਾਣਾ ਪਸੰਦ ਨਹੀਂ ਕਰਦੀ। ਸੁਣਿਆ ਹੈ ਪਹਿਲਾਂ ਤੁਸੀਂ ਰੇਡੀਓ 'ਤੇ ਪ੍ਰੋਗਰਾਮ ਕਰਿਆ ਕਰਦੇ ਸੈ। ਹਾਂ, ਮੈਂ ਸਿਤਾਰ ਵਜਾਉਣ ਦੇ ਕੁਝ ਪ੍ਰੋਗਰਾਮ ਕੀਤੇ ਹਨ। ਪਰ ਹੁਣ ਮੈਨੂੰ ਰੇਡੀਓ ਚੰਗਾ ਨਹੀਂ ਲੱਗਦਾ। ਰੇਡੀਓ ਜਾਂ ਰੇਡੀਓ ਦੇ ਲੋਕ ਦੋਵੇਂ। ਇੱਕ ਇਸਤਰੀ ਲਈ ਘਰ ਤੇ ਸਮਾਜ ਦੀਆਂ ਕੁਝ ਅਜਿਹੀਆਂ ਮਜਬੂਰੀਆਂ ਹੁੰਦੀਆਂ ਹਨ ਕਿ ਉਹ ਇਸ ਤਰ੍ਹਾਂ ਦੇ ਬੇਤਹਾਸ਼ਾ ਖੁੱਲ੍ਹੇ ਡੁੱਲੇ ਵਾਤਾਵਰਨ ਨੂੰ ਪਸੰਦ ਨਹੀਂ ਕਰ ਸਕਦੀ। ਲੋਕ ਪਾਨ ਖਾ ਰਹੇ ਹਨ, ਸਿਗਰਟ ਦੇ ਧੂੰਏਂ ਛੱਡ ਰਹੇ ਹਨ, ਚਾਹਾਂ ਦੇ ਪਿਆਲੇ ਉਡਾ ਰਹੇ ਹਨ, ਹਾ ਹੂ ਦਾ ਰੌਲਾ ਮੱਚ ਰਿਹਾ ਹੈ। ਮੈਨੂੰ ਇਸ ਤਰ੍ਹਾਂ ਮਰਦਾਂ ਵਿੱਚ ਬੈਠ ਕੇ ਕੰਮ ਕਰਨਾ ਬੁਰਾ ਲੱਗਦਾ ਹੈ। ਇਸੇ ਕਰਕੇ ਮੈਂ ਰੇਡੀਓ ਸਟੇਸ਼ਨ ਜਾਣਾ ਛੱਡ ਦਿੱਤਾ। ਇਹੋ ਕਾਰਨ ਹਨ ਜਾਂ ਹੋਰ ਵੀ ਹੋਣਗੇ। ਸ਼ਾਇਦ ਕੋਈ ਹੋਰ ਵੀ ਕਾਰਨ ਹੋਣ ਤੇ ਮੈਂ ਤੁਹਾਨੂੰ ਪਹੁੰਚਾਉਣ ਲਈ ਇਹ ਕਾਰਨ ਘੜੇ ਹੋਣ, ਕੀ ਪਤਾ। ਪਰ ਰੇਡੀਓ 'ਤੇ ਜਾਣਾ ਮੈਂ ਪਸੰਦ ਨਹੀਂ ਕਰਦੀ। ਗੱਲ ਮੁੱਕ ਗਈ। ਕੀ ਲਿਖਦੇ ਹੋ ਅੱਜ ਕੱਲ੍ਹ? ਕੋਈ ਕਵਿਤਾ ਸੁਣਾਓ। ਕਿਸੇ ਦਿਨ ਸਾਡੇ ਘਰ ਆਉਣਾ ਤਾਂ ਸੁਣਾਵਾਂਗੀ। ਮੈਂ ਕਵਿਤਾ ਸੁਣਾਉਣ ਲੋਕਾਂ ਕੋਲ ਨਹੀਂ ਜਾਂਦੀ। ਚੰਗਾ, ਕਿਸੇ ਦਿਨ ਆਵਾਂਗਾ। ਕੁਝ ਮਹੀਨਿਆਂ ਪਿੱਛੋਂ ਮੈਂ ਅਮਰਤਾ ਦੇ ਘਰ ਗਿਆ। ਉਸ ਗੁੰਮਟੀ ਬਾਜ਼ਾਰ ਤੋਂ ਮਕਾਨ ਬਦਲ ਕੇ ਅਨਾਰਕਲੀ ਵਿੱਚ ਇੱਕ ਫਲੈਟ ਲੈ ਲਿਆ ਸੀ। ਫਲੈਟ ਵਿੱਚ 4-5 ਕਮਰੇ ਸਨ। ਜਾਲੀਦਾਰ ਪਰਦੇ, ਤਸਵੀਰਾਂ, ਸੋਫੇ। ਉਹ ਤੇ ਉਸ ਦੀ ਨਣਦ ਨੇ ਉਸ ਕੁੜੀ ਦਾ
ਨਾ ਮੈਂ ਭੁੱਲ ਗਿਆ ਹਾਂ। ਮੇਰਾ ਸਵਾਗਤ ਕੀਤਾ, ਤਕੱਲਫ ਨਾਲ ਕੁਰਸੀ ਉੱਤੇ ਬਿਠਾਇਆ। ਅਸੀਂ ਚਾਹ ਪੀਤੀ, ਕਵਿਤਾ ਕੋਈ ਨਾ ਪੜ੍ਹੀ। ਕਵਿਤਾ ਬਾਰੇ ਗੱਲਾਂ ਕੀਤੀਆਂ। ਮੈਂ ਆਪਣੀ ਜੱਦੋ-ਜਹਿਦ ਦੀ ਗੱਲ ਤੋਰੀ। ਅਮਰਤਾ ਨੇ ਆਪਣੀ ਜੱਦੋ-ਜਹਿਦ ਦੀ ਗੱਲ ਛੇੜੀ। ਤੁਸੀਂ ਕੀ ਜੱਦੋ-ਜਹਿਦ ਕਰ ਰਹੇ ਹੋ? ਮੈਂ ਹੈਰਾਨੀ ਨਾਲ ਪੁੱਛਿਆ। ਉਨੀ ਦਿਨੀ ਮੇਰੇ ਨੇੜੇ ਜੱਦੋ-ਜਹਿਦ ਦੇ ਹੱਥ ਸਿਰਫ ਮਾਲੀ ਜੱਦੋ-ਜਹਿਦ ਸੀ। ਮੈਂ 3 ਸਾਲ ਲਾਹੌਰ ਵਿਹਲਾ ਰਹਿ ਕੇ ਥਾਂ-ਥਾਂ ਟਿਊਸ਼ਨਾਂ ਕਰਕੇ ਆਖਰ ਰੇਡੀਓ ਸਟੇਸ਼ਨ ਉੱਤੇ 100 ਰੁਪਈਏ ਦੀ ਨੌਕਰੀ ਲੱਭ ਲਿੱਤੀ ਸੀ। ਅਮਰਤਾ ਕਿਹੜੀ ਜੱਦੋ-ਜਹਿਦ ਕਰ ਰਹੀ ਸੀ? ਉਹ ਕੁਝ ਸੋਚ ਕੇ ਬੋਲੀ, ਮਾਲੀ ਜਹਿਦ। ਜੇ ਤੁਹਾਨੂੰ ਵੀ ਮਾਲੀ ਪਰੇਸ਼ਾਨੀ ਹੈ ਤਾਂ ਇੱਕ ਆਦਮੀ ਨੂੰ ਕੀ ਹੈ? ਆਮ ਆਦਮੀ ਨੂੰ ਕੀ ਹੈ? ਮੈਂ ਪਰੇਸ਼ਾਨ ਹੋ ਕੇ ਆਖਿਆ। ਮਾਲੀ ਪਰੇਸ਼ਾਨੀ, ਆਰਥਿਕ, ਸਮਾਜਿਕ, ਆਤਮਿਕ, ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਮੈਨੂੰ ਹਨ। ਪਰੇਸ਼ਾਨੀਆਂ ਦੇ ਝੁੰਡ ਉੱਡਦੇ ਨੇ ਮੇਰੇ ਦੁਆਲੇ। ਜਿੰਨੇ ਮਿਲਣ ਵਾਲੇ ਆਉਂਦੇ ਨੇ 2-4 ਤੋਂ ਛੁੱਟ, ਉਹ ਵੀ ਪਰੇਸ਼ਾਨੀਆਂ ਦੇ ਪਟਾਰੇ ਹੁੰਦੇ ਨੇ। ਤੁਸੀਂ ਨਹੀਂ? ਮੈਂ ਆਪਣੇ ਵੱਲ ਤੱਕਿਆ। ਤੁਸੀਂ ਨਹੀਂ, ਉਸ ਆਖਿਆ। ਮੈਂ ਕੋਲ ਬੈਠਾ ਹਾਂ, ਸ਼ਾਇਦ ਇਸ ਲਈ ਮੇਰਾ ਲਿਹਾਜ਼ ਕਰ ਰਹੇ ਹੋ। ਨਹੀਂ, ਇਹ ਗੱਲ ਨਹੀਂ। ਮੈਂ ਤਾਂ ਉਂਝ ਹੀ ਆਖ ਦਿੱਤਾ। ਅਸਲ ਵਿੱਚ ਅੱਜ ਕੱਲ੍ਹ ਮੈਂ ਕੁਝ ਖਿਜੀ ਰਹਿੰਦੀ ਹਾਂ, ਇਸ ਲਈ ਹਰ ਚੀਜ਼ ਜੋ ਅੱਗੇ ਆਉਂਦੀ ਹੈ ਕਈ ਵਾਰ ਉਸਨੂੰ ਆਪਣੇ ਗੁੱਸੇ ਨਾਲ ਨਿਸ਼ਾਨਾ ਬਣਾਉਣ ਨੂੰ ਜੀਅ ਕਰਦਾ ਹੈ। ਅਸਲ ਨਿਸ਼ਾਨੇ ਤੁੱਕ ਜਾਣ ਵਾਲੇ ਦਾ ਇਹੋ ਹਾਲ ਹੁੰਦਾ ਹੈ। ਮੈਨੂੰ ਇਉਂ ਲੱਗਦਾ ਹੈ ਜਿਵੇਂ ਮੈਂ ਆਪਣੇ ਨਿਸ਼ਾਨੇ ਤੁੱਕ ਗਈ ਹਾਂ। ਨਿਸ਼ਾਨਾ, ਮੰਜ਼ਿਲ, ਮੁੱਢ, ਆਖਿਰ, ਇਹਨਾਂ ਬਾਰੇ ਕਦੇ ਇੰਨਾ ਨਹੀਂ ਸੋਚਿਆ ਜਿੰਨਾ ਅੱਜ ਕੱਲ੍ਹ ਸੋਚ ਰਹੀ ਹਾਂ। ਹਾਂ, ਬਹੁਤੇ ਸੋਚਣ ਨਾਲ ਬਿਮਾਰ ਹਾਂ। ਉਸਦਾ ਚਿਹਰਾ ਪੀਲਾ ਤੇ ਫਿੱਕਾ ਸੀ, ਜਿਵੇਂ ਕਈ ਦਿਨਾਂ ਤੋਂ ਬਿਮਾਰ ਹੋਵੇ। ਤੁਸੀਂ ਬਿਮਾਰ ਹੋ? ਹਾਂ, ਹੁਣ ਵੀ ਬਿਮਾਰ ਹਾਂ। ਹਰ ਚੀਜ਼ ਖੋਖਲੀ ਜਿਹੀ ਲੱਗਦੀ ਹੈ। ਕਈ ਵਾਰ ਇੰਝ ਲੱਗਦਾ ਕਿ ਕਵਿਤਾ ਲਿਖਣਾ ਵੀ ਐਵੇਂ ਮਨ ਪਰਚਾਵਾ ਹੀ ਹੈ। ਕੀ ਪਿਆ ਕਿਤਾਬਾਂ, ਮੈਨੂੰ ਉਹਨਾਂ ਉੱਤੇ ਕੋਈ ਖਾਸ ਮਾਣ ਨਹੀਂ। ਪਤਾ ਨਹੀਂ ਕਿਵੇਂ ਲਿਖ ਮਾਰੀਆਂ ਇੰਨੀਆਂ ਕਵਿਤਾਵਾਂ। ਹੁਣ ਇੱਕ ਵੀ ਕਵਿਤਾ ਨਹੀਂ ਫੁਰਦੀ, ਜਿਵੇਂ ਮੈਂ ਖੜੋ ਕੇ ਸੋਚਣ ਲੱਗ ਪਈ ਹੋਵਾਂ। ਇਹ ਸਭ ਕੁਝ ਕੀ ਹੈ? ਇਨਸਾਨ ਨੂੰ ਕਦੇ ਕਦੇ ਸੋਚਣ ਲਈ ਖੜੋ ਜਾਣਾ ਚਾਹੀਦਾ ਹੈ। ਅੱਜ ਕੱਲ੍ਹ ਮੈਂ ਖੜੋ ਗਈ ਹਾਂ। ਇਸੇ ਤਰ੍ਹਾਂ ਮਰੀ ਕਵਿਤਾ ਵੀ ਖੜੋ ਗਈ ਹੈ। ਇਸੇ ਤਰ੍ਹਾਂ ਮੇਰੀ ਕਵਿਤਾ ਵੀ ਖੜੋ ਗਈ ਹੈ। ਜ਼ਿੰਦਗੀ ਕਿਤੇ ਰੁਕਦੀ ਨਹੀਂ, ਖੜੋਂਦੀ ਨਹੀਂ, ਦੌੜਦੀ ਰਹਿੰਦੀ ਹੈ। ਮੈਂ ਖੜੋ ਗਈ ਹਾਂ, ਇਸ ਲਈ ਕੁਝ ਥੱਕੀ ਟੁੱਟੀ ਜਾਪਦੀ ਹਾਂ। ਮਾਫ਼ ਕਰਨਾ, ਮੈਂ ਕਿਹੜੀਆਂ ਗੱਲਾਂ ਲੈ ਕੇ ਬੈਠੀ। ਮੈਂ ਵੇਖਿਆ ਅਮਰਤਾ ਵਿੱਚ ਥਕਾਵਟ ਸੀ। ਉਹਦੇ ਚਿਹਰੇ ਉੱਤੇ ਪਲਿੱਤਣ ਖਿੰਡੀ ਹੋਈ ਸੀ। ਉਸਦਾ ਚਿਹਰਾ ਖਿੱਚਿਆ ਹੋਇਆ ਸੀ, ਜਿਵੇਂ ਕਿਸੇ ਚੱਕਟੀਓਂ ਤਣਾਵਾਂ ਨਾਲ ਉਸਦਾ ਸਾਰਾ ਵਜੂਦ ਕੱਸ ਦਿੱਤਾ ਹੋਵੇ। ਉਸਦੇ ਚਿਹਰੇ ਉੱਤੇ ਫਾਲਤੂ ਮਾਸ ਛੱਟ ਗਿਆ ਸੀ। ਸੋਚ ਵਿੱਚੋਂ ਫਾਲਤੂ ਗੱਲਾਂ ਛਣ ਗਈਆਂ ਸਨ। ਫਾਲਤੂ ਮਿਲਣੀਆਂ ਤੇ ਫਾਲਤੂ ਸੋਸ਼ਲ ਫਰਜ਼ਾਂ ਦੀਆਂ ਛਿਲਤਰਾਂ ਲੱਥ ਗਈਆਂ ਸਨ। ਕਿੰਨਾ ਕੁਝ ਫਾਲਤੂ ਝੜ ਗਿਆ ਸੀ। ਮੈਂ ਉਸਦੇ ਮਨ ਨੂੰ ਵੇਖ ਸਕਦਾ ਸਾਂ, ਜੋ ਸੋਨੇ ਦੀ ਡਲੀ ਵਾਂਗ ਨਿਆਰੀਏ ਦੀ ਪੱਠੀ ਵਿੱਚ ਅੱਗ ਦੀ ਹੀਟ ਦਗ ਰਿਹਾ ਸੀ। ਗੱਲਾਂ ਜ਼ਿੰਦਗੀ ਬਾਰੇ, ਸਮਾਜ ਬਾਰੇ, ਕਲਾਕਾਰ ਦੀ ਹੋਣੇ ਬਾਰੇ ਹੁੰਦੀਆਂ ਰਹੀਆਂ। ਵਿੱਚ ਕੋਈ ਔਂਟਲੀ ਗੱਲ ਵੀ ਉੱਧੜ ਪੈਂਦੀ। ਚਾਹ ਦਾ ਪਿਆਲਾ ਬਣਾਉਂਦੇ ਉਸ ਪੁੱਛਿਆ, ਤੁਹਾਨੂੰ ਪਿਆਜ਼ ਦੇ ਪਕੌੜੇ ਚੰਗੇ ਲੱਗਦੇ ਨੇ ਕਿ ਮਿਰਚਾਂ ਦੇ? ਮਿਰਚਾਂ ਦੇ। ਮਰਦ ਤਾਂ ਮਿਰਚਾਂ ਤੋਂ ਕਰਤਾਉਂਦੇ ਨੇ, ਤੁਸੀਂ ਮਿਰਚਾਂ ਕਿਵੇਂ ਖਾ ਲੈਂਦੇ ਹੋ? ਨਿੱਕਿਆਂ ਹੁੰਦਿਆਂ ਮੈਂ ਮਾਂ ਦੀਆਂ ਕੌੜੀਆਂ ਗੱਲਾਂ ਖਾਧੀਆਂ ਹਨ। ਇਹ ਮਿਰਚਾਂ ਉਹਨਾਂ ਨਾਲੋਂ ਵਧੇਰੇ ਕੌੜੀਆਂ ਨਹੀਂ। ਭਲਾ ਤੁਹਾਨੂੰ ਕਿਉਂ ਸਵਾਦ ਲੱਗਦੀਆਂ ਨੇ? ਇਸ ਕਰਕੇ ਕਿ ਮੈਨੂੰ ਮੈਂ ਇੰਨੀਆਂ ਮਿੱਠੀਆਂ ਚੀਜ਼ਾਂ ਖਾਧੀਆਂ ਨੇ ਕਿ ਹੁਣ ਕੌੜੀ ਚੀਜ਼ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਪ੍ਰਸ਼ੰਸਾ ਦਾ ਹਾਲ ਹੈ। ਮੈਨੂੰ ਬਹੁਤੀ ਪ੍ਰਸ਼ੰਸਾ ਚੰਗੀ ਨਹੀਂ ਲੱਗਦੀ। ਇੱਕ ਦੂਜੇ ਦੀ ਪ੍ਰਸ਼ੰਸਾ ਨਾਲ ਆਦਮੀ ਦੀ ਗੱਲ ਦਾ ਪੱਧਰ ਇੱਕ ਖਾਸ ਸਤ੍ਹਾ ਤੋਂ ਉੱਪਰ ਨਹੀਂ ਉੱਠਦਾ। ਮੁਹੱਬਤ ਤੇ ਨਫ਼ਰਤ, ਜਜ਼ਬਿਆਂ ਦੀਆਂ ਦੋ ਸਿਖਰਾਂ, ਦੋ ਡੂੰਘਾਣਾਂ ਜ਼ਿੰਦਗੀ ਦਾ ਸਿੱਧ ਪੁੱਠ ਦਿਖਾਉਂਦੀਆਂ ਹਨ। ਤੁਸੀਂ ਮੁਹੱਬਤ ਵਿੱਚ ਯਕੀਨ ਰੱਖਦੇ ਹੋ ਕਿ ਨਫ਼ਰਤ ਵਿੱਚ? ਨਫ਼ਰਤ ਯੋਗ ਚੀਜ਼ ਨਹੀਂ। ਮੁਹੱਬਤ ਦਾ ਪੁੱਠਾ ਪਾਸਾ ਹੀ ਤਾਂ ਹੈ। ਫੁਲਕਾਰੀ ਦਾ ਸਿੱਧਾ ਪਾਸਾ ਮੁਹੱਬਤ ਤੇ ਪੁੱਠਾ ਪਾਸਾ ਜਿੱਥੇ ਤੁਸੀਂ ਟਾਂਕੇ ਸਿਉਣਾ ਨਜ਼ਰ ਆਉਣਾ ਨਫ਼ਰਤ ਹੈ। ਕਈ ਕੁੜੀਆਂ ਫੁਲਕਾਰੀ ਨੂੰ ਸਿੱਧੇ ਪਾਸਿਓਂ ਕੱਢਦੀਆਂ ਨੇ ਤੇ ਕਈ ਪੁੱਠੇ ਪਾਸਿਓਂ। ਤੁਸੀਂ ਕਵਿਤਾ ਦੀ ਫੁਲਕਾਰੀ ਕਿਹੜੇ ਪਾਸਿਓਂ ਕੱਢਦੇ ਹੋ? ਅੱਜ ਕੱਲ੍ਹ ਮੈਂ ਇਸ ਫੁਲਕਾਰੀ ਨੂੰ ਪੁੱਠਿਓਂ ਪਾਸਿਓਂ ਕੱਢ ਰਹੀ ਹਾਂ, ਨਫ਼ਰਤ ਦੀ ਸੂਈ ਨਾਲ। ਉਸਦਾ ਮੂੰਹ ਹੋਰ ਵੀ ਖਿੱਚਿਆ ਗਿਆ ਤੇ ਉਸਦਾ ਨੱਕ ਸੂਈ ਵਾਂਗ ਤਿੱਖਾ ਜਾਪਣ ਲੱਗਾ। ਅਸੀਂ 2 ਘੰਟੇ ਬੈਠੇ। ਚਾਹ ਠੰਡੀ ਹੋ ਗਈ। ਉਸ ਫਿਰ ਚਾਹ ਮੰਗਵਾਈ। ਮੈਂ ਚਾਹ ਨੂੰ ਕਦੀ ਨਾ ਨਹੀਂ ਕਰਦਾ। ਮੇਰੀ ਵਜ੍ਹਾ ਨਾਲ ਉਸਨੂੰ ਵੀ ਕਈ ਪਿਆਲੇ ਪੀਣੇ ਪਏ। ਮੈਂ ਆਖਿਆ, ਅੱਜ ਐਪਟ ਰੋਡ ਉੱਤੇ 2 ਛੁਰੇ ਵੱਜੇ, 2 ਆਦਮੀ ਮਾਰੇ ਗਏ। ਕਈ ਦੋਸਤ ਲਾਹੌਰ ਛੱਡਣ ਦੀ ਸੋਚ ਰਹੇ। ਫਸਾਦਾਂ ਵਿੱਚ ਤੁਸੀਂ ਕਿੱਥੇ ਜਾਓਗੇ? ਕਿਤੇ ਵੀ ਨਹੀਂ। ਕਿੱਥੇ ਰਹੋਗੇ? ਲਾਹੌਰ ਹੀ। ਇਹ ਫਸਾਦ ਤਾਂ ਕੁਝ ਇਨਸਾਨਾਂ ਦਾ ਪਾਗਲਪਨ ਹੈ। ਨਫ਼ਰਤ ਦਾ ਫੋੜਾ ਫਿਸ ਗਿਆ ਹੈ। ਭੈੜਾ ਗੰਦਾ ਖੂਨ ਵਗ ਰਿਹਾ ਹੈ। ਇਸ ਵਿੱਚੋਂ ਆਰਾਮ ਆ ਜਾਵੇਗਾ। ਮੈਂ ਲਾਹੌਰ ਨਹੀਂ ਛੱਡਾਂਗੀ। ਲਾਹੌਰ ਨਾਲ ਮੇਰੀਆਂ ਬਹੁਤ ਯਾਦਾਂ ਸੰਬੰਧਿਤ ਹਨ। ਇੱਥੋਂ ਦੀਆਂ ਗਲੀਆਂ ਦੇ ਮੋੜ, ਅਨਾਰਕਲੀ, ਰਾਵੀ, ਲਾਰੈਂਸ ਬਾਗ, ਹਰ ਚੀਜ਼ ਨਾਲ ਮੈਨੂੰ ਪਿਆਰ ਹੈ। ਲਾਹੌਰ ਛੱਡ ਕੇ ਮੈਂ ਨਹੀਂ ਜਾਵਾਂਗੀ। ਆਥਣ ਡੂੰਘੀ ਹੋ ਗਈ। ਅਨਾਰਕਲੀ ਵਿੱਚ ਬਿਜਲੀ ਦੇ ਲਾਟੂ ਬਲ ਉੱਠੇ। ਮੈਂ ਜਾਣ ਲਈ ਖੜਾ ਹੋ ਗਿਆ। ਚੰਗਾ, ਕਦੇ ਮਿਲੇ ਤਾਂ ਕਵਿਤਾ ਸੁਣਾਵਾਂਗੀ। ਹਾਲ ਦੀ ਘੜੀ ਮੇਰੇ ਕੋਲ ਕੋਈ ਚੰਗੀ ਕਵਿਤਾ ਨਹੀਂ। ਉਸ ਅਲਵਿਦਾ ਆਖੀ। ਫਸਾਦਾਂ ਦਾ ਜ਼ੋਰ ਚੱਲ ਵਗਦਾ ਗਿਆ। ਲੋਕ ਲਾਹੌਰ ਛੱਡ ਦੌੜਨ ਲੱਗੇ। 12 ਅਗਸਤ ਨੂੰ ਮੈਂ ਵੀ ਲਾਹੌਰੋਂ ਆ ਗਿਆ। ਬਠਿੰਡੇ ਆਇਆ ਤਾਂ ਉੱਥੇ ਵੀ ਫਸਾਦਾਂ ਦੀ ਅੱਗ। ਜਦ ਇਹ ਅੱਗ ਰਤਾ ਮੱਠੀ ਪਈ ਤਾਂ ਦਿੱਲੀ ਆ ਗਿਆ। ਰੇਡੀਓ ਉੱਤੇ ਕੰਮ ਕਰਨ ਲੱਗਾ। ਕੁਝ ਮਹੀਨਿਆਂ ਪਿੱਛੋਂ ਮੈਨੂੰ ਦੇਹਰਾਦੂਨ ਜਾਣ ਦਾ ਇਤਫਾਕ ਹੋਇਆ। ਮਿਲਟਰੀ ਵਿੱਚ ਮੇਰੇ ਇੱਕ ਦੋਸਤ ਸਨ।
ਜਿਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਪਿਆਰ ਸੀ, ਮੈਂ ਉਹਨਾਂ ਕੋਲੋਂ ਠਹਿਰਿਆ ਹੋਇਆ ਸਾਂ। ਦੇਹਰਾਦੂਨ ਦੇ ਇਰਦ ਗਿਰਦ ਬਾਗਾਂ ਦੇ ਖੇਤਾਂ ਦਾ ਵਿਸ਼ਾਲ ਦ੍ਰਿਸ਼ ਹੈ, ਨਾਲ ਲੱਗਦੀਆਂ ਪਹਾੜੀਆਂ। ਉਹਨਾਂ ਆਖਿਆ, ਅੱਜ ਪਿਕਨਿਕ 'ਤੇ ਚੱਲਾਂਗੇ। ਮੈਨੂੰ ਇਹ ਤਜਵੀਜ਼ ਪਸੰਦ ਆਈ। ਉਹਨਾਂ ਆਖਿਆ, ਅਮਰਤਾ ਇੱਥੇ ਰਹਿ ਰਹੀ ਹੈ, ਜੇ ਉਹਨਾਂ ਨੂੰ ਬੁਲਾ ਲਿਆ ਜਾਵੇ ਤਾਂ ਕਵਿਤਾ ਦਾ ਮਜ਼ਾ ਹੀ ਆ ਜਾਵੇ। ਉਹ ਇੱਥੇ? ਹਾਂ। ਤੁਹਾਨੂੰ ਉਹਨਾਂ ਦੇ ਮਕਾਨ ਦਾ ਪਤਾ ਹੈ? ਹਾਂ। ਪਹਿਲਾਂ ਉੱਧਰ ਹੀ ਚੱਲੀਏ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਉਹਨਾਂ ਜੀਪ ਅਮਰਤਾ ਦੇ ਘਰ ਵੱਲ ਮੋੜੀ। ਦੂਰ ਇੱਕ ਗੈਰ ਆਬਾਦ ਇਲਾਕੇ ਵਿੱਚ ਇੱਕ ਨਿੱਕਾ ਜਿਹਾ 2 ਮੰਜ਼ਿਲਾ ਮਕਾਨ ਸੀ। ਹੇਠਾਂ ਕੋਈ ਦੁਕਾਨਦਾਰ ਸੀ। ਮੈਂ ਉਸਨੂੰ ਪੁੱਛਿਆ, ਇੱਥੇ ਅਮਰਤਾ ਪ੍ਰੀਤਮ ਰਹਿੰਦੀ ਹੈ? ਆਪ ਕਿਸਸੇ ਪੁੱਛਤੇ ਹੈ ਸਾਹਬ? ਉਸ ਪੂਰਬੀ ਵਿੱਚ ਪੁੱਛਿਆ। अमृता प्रीतम वो लेखिका है, कवि। यहाँ तो एक सरदार साहब रहते हैं। उस रुखे लहजे विच गल मुकाई। मैं आख्या, ठीक। उपर पौड़ियां चढ़ के बूहा खटखटाया। अमृता ने बूहा खोलिया। उस निक्का जिहा झग्गा पाया होया सी, सिर उत्ते चुन्नी नहीं सी, हत्थ दाल नाल लिखड़े होए सन। शायद वो माँ दी दाल धो रही सी। मैनू वेख के हैरान होई। आओ, मैं आख्या, कल ही आया सा, पता लगा तुसी इत्थे हो, इसलिए मिलण आ गया। अज इत्थे एक पिकनिक पार्टी है, शायद कुछ कवितावां दा प्रोग्राम है, चल सकोगे? इतने एक निक्का जिहा बाल आके उसदियां लत्तां नूं पलच गया। अमृता ने हत्थ छंडे जिन्हां उत्ते धोती दाल दे दाणे हाले तक जम्मे होए सन ते बच्चे नूं गोदी विच लैंदे होए आख्या, मेरी कविता तां इहो है, इत्थे घर ही कवि दरबार लग्गिया रहिंदा है। मैं ना चल सकांगी, भावें जी बड़ा करदा है कि चलना ते दिल्ली विच वसदे दोस्तां बारे पुछां ते लाहौर दीयां कुछ गल्लां करां। तुसीं लाहौरों कदों आए? जद तुसीं मैनूं पीड़ी दे के उस बच्चे नूं गोदी विच पा लिया ते दाल मलण लग पई। मेरे दोस्त मैनूं उਡੀਕ रहे सन। मैं चलदा, जे वेल मिली तां आउणा। अच्छा, कदों आओगे? कल आवांगा। ते मैं चला आया। दूजे दिन उसनूं मिलण गया। ਉਹ ਲਾਹੌਰ ਦੇ ਸਾਰੇ ਦੋਸਤਾਂ ਬਾਰੇ ਪੁੱਛਿਆ। ਉਸਨੇ, ਕੌਣ ਕਿੱਥੇ ਹੈ? ਅਚਲਾ ਸਚਦੇਵ ਰੇਡੀਓ ਸਟੇਸ਼ਨ ਉੱਤੇ ਕੰਮ ਕਰਦੀ ਹੈ। ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਮਹਿਰੌਲੀ ਆ ਗਏ ਹਨ। ਹਰਚੰਦ ਸਿੰਘ ਨੇ ਪੰਜਾਬ ਕਾਲਜ ਖੋਲ੍ਹ ਕੇ ਮੁੰਡਿਆਂ ਨੂੰ ਗਿਆਨੀ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਲਿਆ ਹੈ। ਸਭ ਦਿੱਲੀ ਵਸ ਗਏ ਹਨ। ਤਾਂ ਸਮਝੋ ਦਿੱਲੀ ਇਹਨਾਂ ਲੋਕਾਂ ਨਾਲ ਵਸ ਗਈ ਹੈ। ਪ੍ਰਿੰਸੀਪਲ ਤੇਜਾ ਸਿੰਘ ਬੰਬਈ ਹਨ। ਸੁਰਿੰਦਰ ਕੌਰ ਦਾ ਵਿਆਹ ਹੋ ਗਿਆ ਹੈ। ਜੀਵਨ ਸਿੰਘ ਜੌਲੀ ਲਾਹੌਰ ਬੁੱਕ ਸ਼ਾਪ ਨੂੰ ਲੁਧਿਆਣੇ ਲੈ ਆਇਆ ਹੈ। ਉਹ ਅਸੀਂ ਲਾਹੌਰ ਬੁੱਕ ਸ਼ਾਪ ਜਾਨੀ ਪਹਿਲੇ ਤਾਂ ਉਸ ਲਾਹੌਰ ਨੂੰ ਬੁੱਕ ਸ਼ਾਪ ਵਿੱਚ ਬੰਦ ਕੀਤਾ, ਫਿਰ ਉਸ ਨੂੰ ਉਹ ਚੌਂਕ ਘੰਟਾ ਘਰ ਵਿੱਚ ਲੈ ਆਇਆ। ਸ਼ਹਿਰ ਕਿਹੜਾ ਫੁੱਲ ਬੂਟੇ ਹਨ ਜਿਨ੍ਹਾਂ ਨੂੰ ਇਸ ਧਰਤੀ ਤੇ ਤੋਂ ਪੁੱਟ ਕੇ ਉੱਥੇ ਲਾ ਦਿਓ। ਸ਼ਹਿਰ ਦੇ ਦਰਿਆ ਪੁੱਟੇ ਨਹੀਂ ਜਾ ਸਕਦੇ। ਬਸ ਅਸੀਂ ਇਹਨਾਂ ਸ਼ਹਿਰਾਂ ਦੀ ਯਾਦ ਚੁੱਕੀ ਫਿਰਦੇ ਹਾਂ। ਇੱਥੇ ਵੀ 2 ਰਫਿਊਜ਼ੀਆਂ ਨੇ ਰਾਵਲਪਿੰਡੀ ਟੇਲਰਿੰਗ ਹਾਊਸ ਤੇ ਪੇਸ਼ੌਰ ਹੋਟਲ ਖੋਲ੍ਹ ਲਏ ਹਨ। ਅੱਛਾ, ਤੁਸੀਂ ਅੱਜ ਕੱਲ੍ਹ ਦਿੱਲੀ ਹੋ? ਹਾਂ। ਤੁਸੀਂ ਇੱਥੇ ਇੱਕ ਪਾਸੇ ਆ ਕੇ ਕਿਉਂ ਰਹਿ ਰਹੇ ਹੋ? ਦਿੱਲੀ ਕਿਉਂ ਨਹੀਂ ਆਉਂਦੇ? ਉਹ ਇੱਕ ਉਦਾਸ ਹੱਸੀ। ਕਿਉਂ ਨਹੀਂ ਆਉਂਦੇ? ਹਾਂ, ਕਿਉਂ ਨਹੀਂ? ਕਿਹੜਾ ਪੰਛੀਆਂ ਵਾਂਗ ਉੱਡ ਕੇ ਆ ਸਕਦੇ ਹਾਂ। ਇਸ ਲਈ ਇੱਕ ਚੀਜ਼ ਜਿਸ ਨੂੰ ਘਰ ਆਖੀਦਾ ਦੀ ਲੋੜ ਹੈ, ਘਰ ਅਤੇ ਫਿਰ ਰੋਜ਼ਗਾਰ। ਤੁਸੀਂ ਆਪਣਾ ਘਰ ਸਾਨੂੰ ਦੇ ਦਿਓ, ਅਸੀਂ ਆ ਜਾਵਾਂਗੇ। ਨਾਲੇ ਕੋਈ ਨੌਕਰੀ, ਤੁਹਾਨੂੰ ਨੌਕਰੀ ਦੀ ਲੋੜ ਹੈ, ਕਿਉਂ ਨਹੀਂ? ਕਿੱਥੇ? ਮੈਨੂੰ ਤਾਂ ਰੇਡੀਓ ਦਾ ਤਜਰਬਾ ਹੈ ਜਾਂ ਕਵਿਤਾ ਲਿਖਣ ਦਾ। ਕਵਿਤਾ ਨੂੰ ਕੋਈ ਪੁੱਛਦਾ ਨਹੀਂ। ਇੱਥੇ ਦੇਹਰਾਦੂਨ ਵਿੱਚ ਲੀਚੀ ਵਿਕਦੀ ਹੈ ਜਾਂ ਟਿੰਡੇ, ਕਵਿਤਾ ਨਹੀਂ ਵਿਕਦੀ। ਅੱਜ ਕੱਲ੍ਹ ਕੀ ਲਿਖਦੇ ਹੋ? ਢੇਰ ਸਾਰੀਆਂ ਕਵਿਤਾਵਾਂ। ਇਕੱਲੀ ਰਹਿੰਦੀ ਹਾਂ। ਸਰਦਾਰ ਜੀ ਕੰਮ 'ਤੇ ਜਾਂਦੇ ਹਨ, ਪਿੱਛੋਂ ਘਰ ਦਾ ਸਾਰਾ ਕੰਮ ਕਾਜ ਮੈਂ ਕਰਦੀ ਹਾਂ। ਜਦ ਬੱਚੇ ਸੌਂ ਜਾਂਦੇ ਹਨ ਤਾਂ ਮੈਂ ਉਹਨਾਂ ਦੇ ਮੂੰਹ ਵੱਲ ਤੱਕਦੀ ਰਹਿੰਦੀ ਹਾਂ, ਸੋਚਦੀ ਹਾਂ, ਸੁਪਨੇ ਗੁੰਦੀ ਰਹਿੰਦੀ ਹਾਂ ਅਤੇ ਕਵਿਤਾ ਲਿਖਦੀ ਹਾਂ ਜਿਵੇਂ ਕੋਈ ਫੁਲਕਾਰੀ ਕੱਢ ਰਿਹਾ ਹੋਵੇ। ਮੇਰੇ ਖਿਆਲ ਵਿੱਚ ਸਾਡੇ ਪਿੰਡ ਦੀਆਂ ਧੀਆਂ ਫੁਲਕਾਰੀ ਕੱਢਦੀਆਂ ਹੋਈਆਂ ਇਸੇ ਤਰ੍ਹਾਂ ਸੁਪਨੇ ਤੱਕਦੀਆਂ ਹੋਣਗੀਆਂ ਅਤੇ ਗੀਤ ਗਾਉਂਦੀਆਂ ਹੋਣਗੀਆਂ। ਅੱਜ ਕੱਲ੍ਹ ਕਿਹੜੀ ਸੂਈ ਨਾਲ ਫੁਲਕਾਰੀ ਕੱਢਦੇ ਹੋ? ਨਫ਼ਰਤ ਨਾਲ ਨਹੀਂ। ਨਫ਼ਰਤ ਮੈਨੂੰ ਹੋਰ ਚੀਜ਼ਾਂ ਨਾਲ ਹੈ। ਮਸਲਨ, ਇੱਕ ਤਾਂ ਮੈਨੂੰ ਨਫ਼ਰਤ ਨਾਲ ਨਫ਼ਰਤ ਹੈ, ਦੂਜੇ ਫਸਾਦਾਂ ਨੇ ਮੇਰੇ ਮਨ ਉੱਤੇ ਬਹੁਤ ਡੂੰਘਾ ਅਸਰ ਪਾਇਆ ਹੈ। ਜਿਵੇਂ ਕਿਸੇ ਤਿੱਖੇ ਚਾਕੂ ਨਾਲ ਮੇਰੇ ਮਨ ਉੱਤੇ ਸਿਆੜ ਕੱਢ ਦਿੱਤਾ ਹੋਵੇ, ਲਹੂ ਦੀ ਭਰੀ ਸਿਆੜ। ਕੁਝ ਸੁਣਾਓਗੇ? ਉਸ ਚੁੱਲ੍ਹੇ ਉੱਤੇ ਪਾਣੀ ਦੀ ਕੇਤਲੀ ਰੱਖ ਕੇ ਟਰੰਕੀ ਵਿੱਚੋਂ ਕਾਗਜ਼ਾਂ ਦਾ ਥੱਬਾ ਕੱਢਿਆ। ਇਹ ਸਭ ਕਵਿਤਾਵਾਂ ਹਨ? ਹਾਂ। ਉਹ ਵਰਕੇ ਫੋਲਣ ਲੱਗੀ ਅਤੇ ਵਰਕਿਆਂ ਨੂੰ ਜੋੜ ਕੇ ਉਸ ਪੜ੍ਹਨਾ ਸ਼ੁਰੂ ਕੀਤਾ। ਅੱਜ ਆਖਾਂ ਵਾਰ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਕਵਿਤਾ ਮਿਰਜ਼ੇ ਦੀ ਤਰਜ਼ ਉੱਤੇ ਸੀ, ਲੰਮੀ ਹੇਕ ਸੀ, ਜਿਵੇਂ ਕੋਈ ਉੱਚੀ ਲਲਕਾਰ ਭਰੇ ਤਰਲੇ ਕੱਢ ਰਿਹਾ ਹੋਵੇ। ਗਲੀਓਂ ਟੁੱਟੇ ਗੀਤ, ਫਿਰ ਤਰਕਲੀਓਂ ਟੁੱਟੀ ਤੰਦ, ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਕੂਕਰ ਬੰਦ। ਉਹ ਕਵਿਤਾ ਪੜ੍ਹ ਰਹੀ ਸੀ। ਉਸਦੇ ਮੂੰਹ ਤੇ ਕਵਿਤਾ ਵਿੱਚ ਉੱਭਰਦਿਆਂ ਚਿਹਰੇ ਚਿੱਤਰਾਂ ਦੇ ਪਰਛਾਵੇਂ ਸਨ। ਇੱਕ ਕਵਿਤਾ ਪਿੱਛੋਂ ਦੂਜੀ ਪਿੱਛੋਂ ਤੀਜੀ। ਉਸ ਨੇ ਨਫ਼ਰਤ ਦਾ ਗੀਤ ਸੁਣਾਇਆ। ਪ੍ਰੀਤ ਦੇ ਕੂਲੇ ਮੂੰਹ ਉੱਤੇ ਨਫ਼ਰਤ ਦੇ ਦਾਗ ਸਨ। ਮਜ਼ਹਬ ਦੇ ਮੱਥੇ ਤੋਂ ਕੌਣ
ਧੋਏਗਾ ਖੂਨ। ਇਸ ਤੋਂ ਪਹਿਲਾਂ ਮੈਂ ਬੱਦਲਾਂ ਦੇ ਪੱਲੇ ਵਿੱਚ ਤੇ ਸਾਂਝੀ ਲਾਲੀ ਵਿੱਚ ਕੁਝ ਕਵਿਤਾਵਾਂ ਨੂੰ ਸੁਲਾਇਆ ਸੀ। ਅਮੜੀ ਦਾ ਵਿਹੜਾ, ਤ੍ਰਿੰਜਣ, ਹਰੀਆਂ ਗੋਲਾਂ, ਧੂਆਂ ਵਿੱਚ ਨਵੀਂ ਆਉਂਦੀ ਸ਼ਹਿਰੀ ਦੀਆਂ ਤੁਰੀਆਂ ਫੁੱਟ ਰਹੀਆਂ ਸਨ। ਪਹਿਲੀਆਂ ਕਵਿਤਾਵਾਂ ਦਾ ਪੱਧਰ ਇਹ ਨਹੀਂ ਸੀ, ਉਹਨਾਂ ਵਿੱਚ ਉਸ ਦਾ ਮਨ ਦਾ ਪਰਛਾਵਾਂ ਨਹੀਂ ਸੀ ਪੈਂਦਾ, ਜਿਨ੍ਹਾਂ ਵਿੱਚੋਂ ਸਾਨੂੰ ਜੀਵਨ, ਗਿਆਨ, ਦੁੱਖ, ਦਰਦ ਅਤੇ ਪਿਆਰ ਦੀਆਂ ਝਾਕੀਆਂ ਮਿਲਦੀਆਂ ਹਨ। ਉਸ ਕਵਿਤਾ ਦੀਆਂ ਕਾਪੀਆਂ ਇੱਕ ਪਾਸੇ ਰੱਖ ਦਿੱਤੀਆਂ। ਚਾਹ ਦੀ ਕੇਤਲੀ ਉਬਲ ਕੇ ਝੱਲੀ ਹੋ ਗਈ ਸੀ। ਇਸ ਵਿੱਚ ਕੁਝ ਪਾਣੀ ਰਹਿ ਵੀ ਗਿਆ ਹੈ, ਮੈਂ ਪੁੱਛਿਆ। ਉਸ ਢੱਕਣਾ ਲਾਇਆ। ਭਾਫਾਂ ਨੇ ਦੇ ਪੱਬ ਕੇ ਉੱਠੇ। ਕੇਤਲੀ ਵਿੱਚੋਂ ਅੱਧੇ ਤੋਂ ਵੱਧ ਪਾਣੀ ਉੱਡ ਗਿਆ ਸੀ। ਫੇਰ ਹੁਣ ਚਾਹ ਦੀ ਕੀ ਲੋੜ ਹੈ, ਮੈਂ ਆਖਿਆ। ਮਸਖਰੀ ਕਰਦੇ ਹੋ, ਮੈਂ ਚਾਹ ਬਣਾਉਣੀ ਆ। ਤੇ ਫਿਰ ਕੇਤਲੀ ਵਿੱਚ ਉਸ ਕੇਤਲੀ ਫਿਰ ਰੱਖੀ। ਤੁਸੀਂ ਦਿੱਲੀ ਕਿਉਂ ਨਹੀਂ ਆਉਂਦੇ, ਮੈਂ ਪੁੱਛਿਆ। ਆਖਿਆ ਤੈਂ ਜੇ ਉੱਥੇ ਕੋਈ ਥਾਂ ਹੈ ਤਾਂ ਮੈਂ ਜ਼ਰੂਰ ਆ ਜਾਵਾਂਗੀ। ਕੁਝ ਮਹੀਨਿਆਂ ਪਿੱਛੋਂ ਅਮਰਤਾ ਦਿੱਲੀ ਆ ਗਈ। ਮੈਨੂੰ ਲੱਗਿਆ ਕਿ ਉਸਦੇ ਪਤੀ ਸਰਦਾਰ ਪ੍ਰੀਤਮ ਸਿੰਘ ਨੂੰ ਸਦਰ ਬਾਜ਼ਾਰ ਵਿੱਚ ਦੁਕਾਨ ਮਿਲ ਗਈ ਸੀ। ਅਮਰਤਾ ਨੇ ਰੇਡੀਓ ਤੇ ਪੰਜਾਬੀ ਪ੍ਰੋਗਰਾਮ ਵਿੱਚ ਕੰਮ ਲੈ ਲਿਆ। ਪਿਛਲੇ 13 ਸਾਲ ਤੋਂ ਦਿੱਲੀ ਹੀ ਸੀ। ਉਸ ਪੰਜਾਬੀ ਪ੍ਰੋਗਰਾਮ ਵਿੱਚ ਗੀਤਾਂ, ਟੱਪੇ, ਫੀਚਰ ਕਵਿਤਾ ਤੇ ਹੋਰ ਚੀਜ਼ਾਂ ਨੂੰ ਸੁਆਦਲਾ ਬਣਾਇਆ। ਉਸਨੇ ਢੇਰ ਸਾਰੇ ਗੀਤ ਲਿਖੇ ਸਨ। ਉਸਨੇ ਢੇਰ ਗੀਤ ਲਿਖੇ ਹਨ। ਕਵਿਤਾਵਾਂ, ਨਾਵਲ। ਫਸਾਦਾਂ ਵਿੱਚ ਲਾਹੌਰ ਉਸਦਾ ਘਰ ਲੁੱਟਿਆ ਗਿਆ। ਉਸਦੀਆਂ ਕਿਤਾਬਾਂ, ਖਰੜੇ, ਮਸੌਦੇ ਤੇ ਹੋਰ ਕਈ ਬਹੁਮੁੱਲੀਆਂ ਵਸਤਾਂ ਉੱਥੇ ਹੀ ਰਹਿ ਗਈਆਂ। ਪਰ ਲਾਹੌਰ ਤੋਂ ਢੇਰ ਸਾਰਾ ਪਿਆਰ ਤੇ ਦਰਦ ਲੈ ਆਂਦਾ। ਵੱਡੇ ਠੇਕੇਦਾਰਾਂ, ਦੁਕਾਨਦਾਰਾਂ ਨੇ ਦਿੱਲੀ ਆ ਕੇ ਮਕਾਨ ਤੇ ਪਲਾਟ ਆਪਣੇ ਨਾਂ ਅਲਾਟ ਕਰਾਏ। ਅਮਰਤਾ ਨੇ ਸਿਰਫ ਪਿਆਰ ਤੇ ਦਰਦ ਆਪਣੇ ਨਾਂ ਅਲਾਟ ਕਰਾਇਆ। ਕਣਕਾਂ ਦਾ ਗੀਤ ਮੈਂ ਪੰਜਾਬ ਦੇ ਕਲਚਰਡ ਸਕੁਆਇਡ ਨੂੰ ਸਟੇਜ ਉੱਤੇ ਖੇਡਦੇ ਤੱਕਿਆ। ਅੱਖਾਂ ਵਾਲੇ ਸ਼ਾਹ ਨੂੰ ਪੰਜਾਬ ਦੇ ਹੱਦ ਬੰਨੇ ਟੱਪ ਕੇ ਲਾਹੌਰ ਪੁੱਜਾ ਤੇ ਅੱਜ ਚੈਕੋਸਲੋਵਾਕੀਆ, ਰੂਸ ਤੇ ਦੂਜੇ ਦੇਸ਼ਾਂ ਵਿੱਚ ਜਾ ਪੁੱਜਾ। ਇਹ ਗੀਤ ਬਗੈਰ ਪਾਸਪੋਰਟ, ਬਗੈਰ ਵੀਜ਼ਾ ਦੇ ਥਾਂ ਤੁਰਿਆ ਫਿਰਦਾ ਹੈ ਤੇ ਪੰਜਾਬ ਦੀ ਆਵਾਜ਼ ਬਣ ਗਿਆ। ਸਾਵਣ ਦਾ ਮਹੀਨਾ ਸੀ। ਬੱਦਲਾਂ ਦੇ ਸੁਰਮਈ ਲੜ ਨੀਵੇਂ ਲਮਕ ਰਹੇ ਸਨ, ਜਿਵੇਂ ਬੁੱਢੇ ਆਕਾਸ਼ ਦੀ ਖੁੱਭੀ ਪੱਗ ਢਹਿ ਗਈ ਹੋਵੇ। ਵਰਖਾ ਹੁਣ ਹੋਈ। ਮੈਂ ਅਮਰਤਾ ਦੇ ਘਰ ਬੈਠਾ ਸਾਂ। ਉਸ ਆਖਿਆ, ਕਾਲੀਦਾਸ ਨੇ ਠੀਕ ਹੀ ਬੱਦਲ ਨੂੰ ਦੂਤ ਬਣਾ ਕੇ ਘੱਲਿਆ ਸੀ। ਪਿਆਰ ਦਾ ਸੁਨੇੜਾ ਗੌਰਮੈਂਟ ਦੇ ਡਾਕੀ ਨਹੀਂ ਲਿਜਾ ਸਕਦੇ। ਪਹਿਲੇ ਵੇਲਿਆਂ ਵਿੱਚ ਕਬੂਤਰ ਲੈ ਕੇ ਜਾਂਦੇ ਸਨ ਤੇ ਉਸ ਤੋਂ ਵੀ ਪਹਿਲਾਂ ਬੱਦਲ ਹੁਣ ਵੀ ਸੁਨੇਹੇ ਲੈ ਕੇ ਜਾ ਸਕਦੇ ਹਨ ਤੇ ਜੇ ਕੋਈ ਉਹਨਾਂ ਨੂੰ ਆਪਣਾ ਸੁਨੇਹਾ ਦੇ ਸਕੇ। ਮੈਂ ਆਪਣਾ ਸੁਨੇਹਾ ਇਹਨਾਂ ਬੱਦਲਾਂ ਨੂੰ ਦੇਣਾ ਚਾਹੁੰਦੀ ਹਾਂ। ਚੋਰ ਦੀ ਮਾਂ ਵਾਂਗ ਇਹਨਾਂ ਦਾ ਸੀਨਾ ਬਹੁਤ ਵੱਡਾ ਹੁੰਦਾ ਹੈ। ਇਹ ਮਹਿਬੂਬ ਦਾ ਸਾਰਾ ਪਿੱਤ ਲੁਕੋ ਕੇ ਲੈ ਆਉਂਦੇ ਹਨ ਤੇ ਲੈ ਜਾਂਦੇ ਹਨ। ਇੱਕਦਮ ਉਸਨੂੰ ਸਵਾਲ ਕੀਤਾ, ਤੂੰ ਕਿਸ ਨੂੰ ਮੁਹੱਬਤ ਕਰਦੀ ਹੈ? ਆਪਣੇ ਆਪ ਨੂੰ। ਝੂਠ। ਉਹ ਕੁਝ ਦੇਰ ਚੁੱਪ ਰਹੀ। ਫਰਸ਼ ਉੱਤੇ ਆਪਣੇ ਪੈਰ ਦਾ ਅੰਗੂਠਾ ਕੁਰਚਦੀ ਰਹੀ। ਥੋੜੇ ਚਿਰ ਪਿੱਛੋਂ ਉਸ ਸਿਰ ਚੁੱਕਿਆ ਤੇ ਹੱਸਣ ਲੱਗੀ। ਫਿਰ ਇੱਕਦਮ ਗੰਭੀਰ ਹੋ ਗਈ ਤੇ ਉਸਦੀਆਂ ਵੱਡੀਆਂ ਚਮਕਦਾਰ ਅੱਖਾਂ ਡੂੰਘੀਆਂ ਹੋ ਗਈਆਂ। ਮੇਰਾ ਪਿਆਰ ਦਿਲ ਵਿੱਚੋਂ ਉਥਲ ਕੇ ਬਾਹਰ ਨਹੀਂ ਡਿੱਗਦਾ। ਇਹ ਅਡੋਲ ਸ਼ਾਂਤ ਹੈ, ਚੁੱਪਚਾਪ ਪਹਾੜਾਂ ਨਾਲ ਲੁਕੀ ਹੋਈ ਕਿਸੇ ਡੂੰਘੀ ਝੀਲ ਵਾਂਗ। ਮਰਦਾਂ ਦਾ ਪਿਆਰ ਡੂਮਣੀ ਦੀ ਹਾਂਡੀ ਵਾਂਗ ਉਬਲ ਪੈਂਦਾ ਹੈ। ਮੈਂ ਅਜਿਹੇ ਪਿਆਰ ਨੂੰ ਬਹੁਤਾ ਚੰਗਾ ਨਹੀਂ ਸਮਝਦੀ। ਮਰਦ ਆਪਣੇ ਪਿਆਰ ਦੀਆਂ ਫੜਾਂ ਮਾਰਦਾ ਹੈ, ਤੀਵੀਂ ਇਸ ਨੂੰ ਲੁਕਾਉਂਦੀ ਹੈ। ਮਰਦ ਇਸ ਨੂੰ ਚੁਰਾਹੇ ਚਲਾ ਕੇ ਲੋਕਾਂ ਨੂੰ ਵਿਖਾ ਕੇ ਖੁਸ਼ ਹੁੰਦਾ ਹੈ। ਤੀਵੀਂ ਇਸ ਨੂੰ ਆਪਣੀ ਬੁੱਕਲ ਵਿੱਚ ਸਾਂਭ ਕੇ ਗੰਢ ਮਾਰਦੀ ਹੈ ਤੇ ਰਾਤ ਦੇ ਹਨੇਰੇ ਵਿੱਚ ਜਦ ਕੋਈ ਨਹੀਂ ਹੁੰਦਾ ਨਾ ਤਾਂ ਉਹ ਇਸ ਨੂੰ ਤੱਕਦੀ ਹੈ, ਇਸ ਨਾਲ ਖੇਡਦੀ ਹੈ ਜਿਵੇਂ ਸੱਪ ਅੱਧੀ ਰਾਤ ਮਣੀ ਨਾਲ ਖੇਡਦਾ ਹੈ। ਇਸ ਦੇ ਚਾਨਣ ਵਿੱਚ ਮਸਤ। ਜੇ ਕੋਈ ਆ ਜਾਵੇ ਤਾਂ ਝੱਟ ਇਸ ਨੂੰ ਮੂੰਹ ਵਿੱਚ ਪਾ ਕੇ ਚੁੱਪ ਹੋ ਜਾਂਦੀ ਹੈ ਤੇ ਉਹ ਚੁੱਪ ਹੋ ਗਈ। ਅਮਰਤਾ ਨੇ ਪਿਆਰ ਦੀ ਕਵਿਤਾ ਲਿਖੀ ਹੈ, ਗੋਰਕੀ ਦੀ ਉਸ ਕੁੜੀ ਵਾਂਗ ਜਿਸ ਨੂੰ ਇੱਕ ਅਲੌਕਿਕ ਅਦਭੁਤ ਪ੍ਰੇਮੀ ਦੀ ਲੋੜ ਸੀ ਤੇ ਜੇ ਦੋਵੇਂ ਪਾਸਿਓਂ ਆਪੇ ਹੀ ਖੱਤ ਲਿਖਦੀ ਸੀ, ਆਪੇ ਹੀ ਪੋਸਟ ਕਰਕੇ ਆਪੇ ਹੀ ਪੜ੍ਹ ਲੈਂਦੀ ਸੀ ਤੇ ਖੁਸ਼ ਹੋ ਜਾਂਦੀ ਸੀਗੀ। ਅਮਰਤਾ ਦਾ ਇਹ ਪਿਆਰ ਮੈਨੂੰ ਉਸ ਤਰ੍ਹਾਂ ਲੱਗਾ, ਪਰ ਨਹੀਂ। ਅਮਰਤਾ ਦੇ ਪਿਆਰ ਵਿੱਚ ਗੋਰਕੀ ਦੀ ਪਿਆਰ ਭੁੱਖੀ ਕੁੜੀ ਵਾਂਗ ਅਜਲਾ ਦੀ ਸਿੱਖ ਸੀ, ਨਾਲੇ ਰੋਮਾਂਸੇ ਵਿੱਚ ਭਰੇ ਹੋਏ ਸਰੋਵਰ ਦੀ ਮਸਤੀ ਤੇ ਭਰਪੂਰਤਾ। ਇਸ ਪਿਆਰ ਜਜ਼ਬੇ ਦਾ ਇਸ਼ਟ ਦੇਵ ਇੱਕ ਆਦਮੀ ਸੀ, ਕੋਈ ਖਿਆਲੀ ਦੇਵਤਾ ਨਹੀਂ, ਇੱਕ ਇਨਸਾਨ। ਇੱਕ ਦਿਨ ਜਦ ਮੈਂ ਉਸਨੂੰ ਮਿਲਣ ਗਿਆ ਤਾਂ ਇੱਕ ਹੋਰ ਸੱਜਣ ਵੀ ਬੈਠੇ ਸਨ। ਪਾਕਿਸਤਾਨ ਦੀ ਸ਼ਾਇਰੀ ਬਾਰੇ ਗੱਲਾਂ ਹੁੰਦੀਆਂ ਰਹੀਆਂ। ਇੱਕ ਪੰਜਾਬੀ ਕਵੀ ਦਰਬਾਰ ਅਜਿਹਾ ਵੀ ਚਾਹੀਦਾ ਹੈ ਜੋ ਸਹੀ ਹੱਥਾਂ ਵਿੱਚ ਪੰਜਾਬੀ ਹੋਵੇ, ਹੱਦਾਂ ਬੰਨਿਆਂ ਦੀ ਕੋਈ ਬੰਦਸ਼ ਨਾ ਹੋਵੇ। ਦੋਹਾਂ ਪਾਸਿਆਂ ਦੇ ਕਵੀ ਇੱਕੋ ਥੜੇ ਤੋਂ ਬੋਲਣ। ਅਮਰਤਾ ਨੇ ਆਖਿਆ, ਲਾਹੌਰ ਡਿੱਠੇ ਮੁੱਤਾਂ ਹੀ ਬੀਤ ਗਈਆਂ। ਮੈਂ ਪੁੱਛਿਆ, ਅਮਰਤਾ ਤੂੰ ਲਾਹੌਰ ਕਿਉਂ ਨਹੀਂ ਜਾਂਦੀ? ਕੋਈ ਹੀਲਾ ਵਸੀਲਾ ਹੋਵੇ ਤਾਂ ਜਾਈਏ, ਕੋਈ ਮੁਸ਼ਾਇਰਾ ਹੋਵੇ ਤਾਂ ਜ਼ਰੂਰ ਜਾਵਾਂ। ਮੈਨੂੰ ਭੁੱਖ ਲੱਗੀ ਸੀ। ਮੈਂ ਪੁੱਛਿਆ, ਤੂੰ ਰੋਟੀ ਖਾ ਲਈ? ਖਾ ਤਾਂ ਲਈ ਹੈ, ਪਰ ਤੁਹਾਡੇ ਲਈ ਤਿਆਰ ਕਰ ਦਿੰਦੀ ਹਾਂ। ਉਸਨੇ ਪਰੌਠੇ ਲਾ ਦਿੱਤੇ, ਚਾਹ ਬਣਾ ਦਿੱਤੀ। ਅਸੀਂ 4 ਵਜੇ ਤੱਕ ਗੱਲਾਂ ਕਰਦੇ ਰਹੇ। ਫਿਰ ਉਸ ਰੇਡੀਓ ਸਟੇਸ਼ਨ ਜਾਣਾ ਸੀ। ਇਕੱਠੇ ਹੀ ਬੱਸ ਵਿੱਚ ਬੈਠ ਕੇ ਅਸੀਂ ਨਵੀਂ ਦਿੱਲੀ ਆ ਗਏ। ਜੁਦਾ ਹੋਣ ਲੱਗੇ ਉਹ ਬੋਲੀ, ਤੁਹਾਡਾ ਬਹੁਤ ਧੰਨਵਾਦ। ਕਾਹਦਾ? ਆਉਣ ਦਾ। ਮਿਹਰਬਾਨੀ। 5-6 ਦਿਨਾਂ ਪਿੱਛੋਂ ਕਨਾਟ ਪੈਲੇਸ ਵਿੱਚ ਸਿੱਖ ਪਬਲਿਸ਼ਿੰਗ ਹਾਊਸ ਉੱਤੇ ਮਿਲ ਗਈ। ਅਸਾਂ ਦੋਵਾਂ ਕੁਝ ਕਿਤਾਬਾਂ ਲਈਆਂ ਤੇ ਬਾਹਰ ਨਿਕਲ ਗਏ। ਭਾਵੇਂ ਗੁਲਮੋਹਰ ਦੇ ਦਰਖਤਾਂ ਤੇ ਚੰਗਿਆੜੇ ਰੰਗੇ ਫੁੱਲ ਮੱਗ ਰਹੇ ਸਨ, ਪਰ ਹਵਾ ਵਿੱਚ ਸ਼ਾਮ ਦਾ ਥੱਕਿਆ ਹੋਇਆ ਸਾਹ ਸੀ। ਅਸੀਂ ਦੋਵੇਂ ਤੁਰਦੇ ਗਏ। ਮੈਂ ਪੁੱਛਿਆ, ਕਾਫੀ ਦਾ ਪਿਆਲਾ ਪੀਵੇਂਗੀ? ਕਾਫੀ
ਅੱਛਾ ਜੇ ਪਿਲਾ ਦਿਓ। ਤੁਸੀਂ ਕੀ ਪੀਓਗੇ? ਥੋੜ੍ਹੀਆਂ ਜਿਹੀਆਂ ਗੱਲਾਂ ਪਿੱਛੋਂ ਮੈਂ ਮਹਿਸੂਸ ਕੀਤਾ ਕਿ ਉਹ ਮੈਨੂੰ ਤੁਸੀਂ ਆਖ ਰਹੀ ਸੀ। ਮੈਂ ਉਸਨੂੰ ਤੂੰ ਸੱਦ ਰਿਹਾ ਸੀ। ਕੀ ਗੱਲ ਹੈ ਅਮਰਤਾ, ਕੀ ਤੂੰ ਇਸ ਤੂੰ ਸ਼ਬਦ ਨੂੰ ਬੁਰਾ ਮੰਨਦੀ ਹੈ? ਉਸ ਆਖਿਆ, ਸ਼ਾਇਦ ਮੈਂ ਕਿਸੇ ਦਿਨ ਇਹ ਗੱਲ ਤੁਹਾਨੂੰ ਆਖਦੀ। ਚੰਗਾ ਹੋਇਆ ਤੁਸੀਂ ਆਪ ਹੀ ਤੋਰ ਦਿੱਤੀ। ਉਸ ਦਿਨ ਤੁਸੀਂ ਮੈਨੂੰ ਲੋਕਾਂ ਦੇ ਸਾਹਮਣੇ ਤੂੰ ਆਖ ਕੇ ਬਹੁਤ ਵਾਰ ਬੁਲਾਇਆ। ਇਸ ਨਾਲ ਸਾਡੇ ਲੋਕਾਂ ਦੇ ਮਨ ਵਿੱਚ ਅਜੀਬ ਭਰਮ ਪੈ ਜਾਂਦੇ ਨੇ। ਤੁਸੀਂ ਤਾਂ ਸਹਿਜ ਸੁਭਾਅ ਹੀ ਤੂੰ ਆਖ ਰਹੇ ਹੋ, ਕੁਝ ਲੋਕ ਇਸ ਨੂੰ ਪਤਾ ਨਹੀਂ ਕੀ ਸਮਝਣ। ਮੈਂ ਹੈਰਾਨੀ ਨਾਲ ਉਸ ਵੱਲ ਤੱਕਣ ਲੱਗਾ। ਹਾਂ, ਕਿਸੇ ਨੂੰ ਕਿਉਂ ਮੌਕਾ ਦੇਵਾਂ ਉਹ ਮੇਰੇ ਬਾਰੇ ਗੱਲਾਂ ਬਣਾਉਣ। ਉਸ ਦ੍ਰਿੜਤਾ ਨਾਲ ਆਖਿਆ, ਅੱਗੇ ਹੀ ਲੋਕ ਮੇਰੇ ਬਾਰੇ ਤਰ੍ਹਾਂ ਦੀਆਂ ਗੱਲਾਂ ਕੱਢਦੇ ਨੇ, ਬਹੁਤ ਬੁਰਾ ਲੱਗਦਾ ਹੈ। ਮੈਂ ਆਖਿਆ, ਤੈਨੂੰ ਤੁਸਾਂ ਕਹਿਣਾ ਬਹੁਤ ਓਪਰਾ ਜਿਹਾ ਲੱਗਦਾ ਹੈ। ਮੈਂ ਕਿਹੜਾ ਕੋਈ ਪਬਲਿਸ਼ਰ ਹਾਂ ਜਾਂ ਤੁਸੀਂ ਆ ਕੇ ਬੁਲਾਵਾਂ। ਮੇਰਾ ਨਾਂ ਤਾਂ ਇੱਕ ਸਾਥੀ ਲੇਖਕ ਦਾ ਹੈ ਅਤੇ ਇਹ ਸਾਂਝ ਬਹੁਤ ਡੂੰਘੀ ਵਿਸ਼ਾਲ ਹੁੰਦੀ ਹੈ। ਮੈਂ ਇਸ ਦੋਸਤੀ ਵਿੱਚ ਤੁਸੀਂ ਦੀਆਂ ਓਪਰੀਆਂ ਕੰਧਾਂ ਨਹੀਂ ਉਸਾਰਨਾ ਚਾਹੁੰਦਾ। ਜੇ ਮੈਂ ਤੈਨੂੰ ਤੁਸੀਂ ਆਖਣ ਤਾਂ ਇੰਝ ਜਾਪੇਗਾ ਜਿਵੇਂ ਮੈਂ ਝੂਠ ਬੋਲ ਰਿਹਾ ਹੁੰਦਾ। ਲੇਖਕਾਂ ਦੇ ਨਾਤੇ ਦੀ ਆਪਣੀ ਪੱਧਰ ਹੈ, ਆਪਣੀ ਬਰਾਦਰੀ ਹੈ ਜੋ ਅਲੌਕਿਕ ਤੇ ਆਤਮਕ ਹੈ। ਟ੍ਰੇਨ ਲੰਘ ਲੈਣ ਦਿਓ ਪਲੀਜ਼, ਕਿਉਂਕਿ ਟ੍ਰੇਨ ਆ ਗਈ। ਮੈਂ ਇਸ ਨੂੰ ਤੁਸੀਂ ਸ਼ਬਦ ਨਾਲ ਪਿੱਟਣਾ ਨਹੀਂ ਚਾਹੁੰਦਾ। ਮੈਂ ਮੁਲਕ ਰਾਜ ਆਨੰਦ, ਕ੍ਰਿਸ਼ਨ ਚੰਦਰ ਮੰਟੋ, ਪ੍ਰੋਫੈਸਰ ਮੋਹਨ ਸਿੰਘ ਤੇ ਬਲਰਾਜ ਸਾਹਨੀ ਨੂੰ ਤੂੰ ਕਰਕੇ ਹੀ ਸੱਦਦਾ ਰਿਹਾ। ਜੇ ਆਖੇ ਤਾਂ ਅੱਗੇ ਤੋਂ ਤੁਸੀਂ ਆਖਾਂ। ਉਹ ਕਹਿਣ ਲੱਗੀ, ਤੁਸੀਂ ਆਖੋ ਤਾਂ ਚੰਗਾ ਹੋਵੇਗਾ, ਕਮ ਸੇ ਕਮ ਜਿੱਥੇ ਲੋਕ ਹੋਣ ਉੱਥੇ ਜ਼ਰੂਰ। ਮੈਂ ਗੱਲ ਮੰਨ ਲਈ। ਰਾਹ ਵਿੱਚ ਇੱਕ ਹੋਰ ਸੱਜਣ ਮਿਲ ਗਏ। ਮੈਂ ਅਮਰਤਾ ਨੂੰ ਤੁਸੀਂ ਕਹਿ ਕੇ ਬੁਲਾਉਂਦਾ ਰਿਹਾ। ਤੁਸੀਂ ਆਖਦੇ ਮੇਰੇ ਦਿਮਾਗ ਉੱਤੇ ਬੋਝ ਜਿਹਾ ਪੈਂਦਾ ਸੀ। ਜਦ ਉਹ ਲੇਖਕ ਚਲਾ ਗਿਆ ਮੈਂ ਆਖਿਆ, ਹੁਣ ਤਾਂ ਮੈਂ ਤੂੰ ਆਖ ਸਕਦਾ ਹਾਂ, ਉਸ ਉੱਤਰ ਦਿੱਤਾ। ਅਤੇ ਉਸ ਦਿਨ ਕਾਫੀ ਪੀਂਦੇ ਮੈਂ ਉਸਨੂੰ ਕਈ 70 ਵਾਰ ਤੂੰ ਆ ਕੇ ਤੁਸੀਂ ਦੀ ਕਸਰ ਕੱਢੀ। ਮੇਰੀ 15 ਸਾਲ ਦੀ ਚੰਗੀ ਮਿੱਤਰਤਾ ਵਿੱਚ ਇੱਕ ਵਾਰ ਅਮਰਤਾ ਬਹੁਤ ਨਾਰਾਜ਼ ਹੋਈ। ਉਸ ਉੱਤੇ ਇੱਕ ਲੇਖ ਬਾਰੇ ਇਹ ਲੇਖ ਸਾਹਿਤ ਸਮਾਚਾਰ ਦੇ ਵਿਸ਼ੇਸ਼ ਅੰਕ ਅਮਰਤਾ ਪ੍ਰੀਤਮ ਅੰਕ ਵਿੱਚ ਛਪਿਆ ਸੀ। ਜੀਵਨ ਸਿੰਘ ਨੇ ਇੱਕ ਮਿੰਟ, ਜੀਵਨ ਸਿੰਘ ਹੀ ਲਿਖਿਆ ਨਾ ਇੱਥੇ, ਜੀਵਨ ਸਿੰਘ ਹੀ ਹੈ ਸ਼ਾਇਦ। ਚਲੋ ਤੁਸੀਂ ਮੈਨੂੰ ਦੱਸਣਾ ਜੇ ਕਿਸੇ ਨੂੰ ਪਤਾ ਹੋਵੇ ਤਾਂ। ਇਹ ਕਿਤਾਬ 'ਤੇ ਦਿਖ ਨਹੀਂ ਰਿਹਾ। ਅਮਰਤਾ ਪ੍ਰੀਤਮ ਦੇ 6 ਅੰਕੀ ਅਮਰਤਾ ਪ੍ਰੀਤਮ ਉੱਤੇ ਛਾਪੇ ਸਨ। ਇਸ ਗੱਲ ਦੀ ਗਵਾਹੀ ਸਨ ਕਿ ਅਮਰਤਾ ਇੱਕ ਮਹਿਬੂਬ ਸ਼ਾਇਰਾ ਹੈ। ਇਹ ਅੰਕ ਜਿਨ੍ਹਾਂ ਵਿੱਚ ਢੇਰ ਸਾਰੇ ਘਟੀਆ ਮਜ਼ਮੂਨ ਛਾਪੇ ਸਨ ਉਸਦੇ ਵਧੀਆ ਨਾਮ ਸਦਕਾ ਵਿਕ ਗਏ। ਉਹਨਾਂ ਵਿੱਚ ਕਈ ਲੋਕਾਂ ਨੇ ਤਾਂ ਭੈਣ ਜੀ ਦੀ ਬੇਹੱਦ ਤਾਰੀਫ ਕੀਤੀ ਅਤੇ ਸਾਹਿਤਕ ਰਿਸ਼ਤੇ ਨਾਲੋਂ ਆਪਣੀਆਂ ਸਾਖ ਸ਼ਕੀਨੀਆਂ ਜੋੜਨ ਦਾ ਵਧੇਰੇ ਉਪਰਾਲਾ ਕੀਤਾ। ਮੇਰੇ ਲੇਖ ਉੱਤੇ ਇਹਨਾਂ ਕੁਝ ਸੱਜਣਾ ਨੇ ਇਤਨੀ ਰੌਲੀ ਪਾਈ ਕਿ ਅੱਛਾ ਖਾਸਾ ਫਸਾਦ ਖੜਾ ਕਰ ਦਿੱਤਾ। ਪੰਜਾਬੀ ਵਿੱਚ ਨਿਰੋਲ ਸਾਹਿਤਕ ਲੇਖ ਜਾਂ ਕਲਮੀ ਚਿੱਤਰਾਂ ਦਾ ਹਾਲੇ ਰਿਵਾਜ਼ ਨਹੀਂ ਪਿਆ। ਵੋਟ ਲੈਣ ਵਾਂਗ ਅਸੀਂ ਵੋਟਰ ਦੀ ਸਿਆਸੀ ਦਿਆਨਤਦਾਰੀ ਨੂੰ ਨਹੀਂ ਪ੍ਰੇਰਦੇ, ਸਗੋਂ ਸਾਖ ਸ਼ਕੀਨੀਆਂ ਦਾ ਹਵਾਲਾ ਦੇ ਕੇ ਉਸ ਤੋਂ ਵੋਟ ਲੈਂਦੇ ਹਾਂ। ਸ਼ੇਰੇ ਲੇਖ ਨੇ ਅਮਰਤਾ ਦੇ ਤੇ ਮੇਰੇ ਵਿਚਕਾਰ ਕੁਝ ਚਿਰ ਫਿਜ਼ਾ ਵਿੱਚ ਧੂੜ ਖਿਲਾ ਦਿੱਤੀ। ਫਿਰ ਇਹ ਗਰਦ ਆਪੇ ਹੀ ਬੈਠ ਗਈ ਅਤੇ ਅਸੀਂ ਇੱਕ ਦੂਜੇ ਦਾ ਚਿਹਰਾ ਮੁੜ ਉਸੇ ਖੁਸ਼ੀ ਤੇ ਨਿੱਘੇ ਸੁੰਦਰ ਭਾਵ ਨਾਲ ਤੱਕਣ ਲੱਗੇ। ਦਿੱਲੀ ਰਹਿੰਦੇ ਹੋਏ ਅਸੀਂ ਘੱਟ ਹੀ ਮਿਲਦੇ ਸਾਂ, ਕਦੇ ਦੂਜੇ ਤੀਜੇ ਮਹੀਨੇ, ਕਦੇ ਪੂਰੇ ਸਾਲ ਪਿੱਛੋਂ। ਪਰ ਜਦੋਂ ਵੀ ਮਿਲਦੇ ਬੜੀ ਭਰਵੀਂ ਮੁਲਾਕਾਤ ਹੁੰਦੀ ਸੀ। ਇੱਕ ਮੁਲਾਕਾਤ ਵਿੱਚ ਅਸੀਂ ਸਾਹਿਤ, ਮੌਸਮ, ਪ੍ਰੈਸ ਕਾਨਫਰੰਸ, ਨਵੀਆਂ ਟਿਕਟਾਂ, ਨਵੀਆਂ ਕਹਾਣੀਆਂ, ਨਵੀਂ ਕਵਿਤਾਵਾਂ, ਨਵੀਆਂ ਸੈਂਡਲਾਂ ਅਤੇ ਆਸਮਾਨ ਅਤੇ ਤਾਰਿਆਂ ਤੋਂ ਲੈ ਕੇ ਹਰਨਾਮ ਸਿੰਘ ਸ਼ਾਨ ਤੱਕ ਦੀਆਂ ਗੱਲਾਂ ਕਰ ਮਾਰਦੇ। ਇੱਕ ਦਿਨ ਉਸ ਮੈਨੂੰ ਆਪਣੀ ਸੱਜਰੀ ਕਵਿਤਾ ਸੁਣਾਈ। ਜਿੰਦ ਚਰਖੜਾ ਕਿੱਥੇ ਡਾਈਏ, ਰਾਤ ਕੁੜੀ ਅੱਜ ਤੱਕਣ ਆਈ। ਉਹ ਸੁਪਨੇ ਜੋ ਅੱਜ ਕੱਲ੍ਹ ਅਸਾਂ ਪੱਛੀ ਵਿੱਚ ਰੱਖੇ। ਅੰਬਰ ਰੁੱਖ ਨਰੇਲ ਦਾ, ਚਿੱਟਾ ਚੰਨ ਗਰੀ ਦਾ ਟੋਟਾ, ਕਿਸਨੇ ਖੋਪਾ ਤੋੜਿਆ ਅੱਜ ਪਾਣੀ ਚੱਖੇ। ਕਵਿਤਾ ਸੁਣ ਕੇ ਮੈਂ ਪੁੱਛਿਆ, ਤੈਨੂੰ ਨਾਰੀਅਲ ਦਾ ਕਿੱਥੋਂ ਖਿਆਲ ਆਇਆ? ਨਾਰੀਅਲ ਦਾ ਖਿਆਲ? ਉਹ ਸੋਚਣ ਲੱਗੀ, ਭਲਾ ਤੂੰ ਕੀ ਸੋਚ ਰਹੀ ਸੀ ਜਦੋਂ ਇਹ ਗੀਤ ਲਿਖਿਆ? ਮੈਂ ਉਸ ਵੇਲੇ ਬੰਬਈ ਬਾਰੇ ਸੋਚ ਰਹੀ ਸੀ। ਬੰਬਈ ਯਾਦ ਆ ਰਿਹਾ ਸੀ। ਮੈਨੂੰ ਬੰਬਈ ਚੰਗਾ ਲੱਗਦਾ। ਕਿਉਂ? ਉੱਥੇ ਮੇਰੇ ਦੋਸਤ ਹਨ। ਸ਼ਾਇਦ ਮੈਂ ਮੁੰਬਈ ਵਿੱਚ ਸਮੁੰਦਰ ਦੇ ਰੇਤਲੇ ਕੰਢੇ 'ਤੇ ਲੱਗੇ ਨਾਰੀਅਲ ਦੇ ਦਰੱਖਤ ਤੱਕੇ ਸਨ ਅਤੇ ਉਹਨਾਂ ਵਿੱਚੋਂ ਝਾਕਦੀ ਚੰਨ ਦੀ ਫਾੜੀ। ਇਸ ਕਿਸਮ ਦੇ ਝੌਲੇ ਮੇਰੇ ਮਨ ਉੱਤੇ ਉਲੀਕੇ ਗਏ ਸਨ। ਉਹਨਾਂ ਦਾ ਖਿਆਲ ਆ ਰਿਹਾ ਸੀ। ਮੈਂ ਆਖਿਆ, ਠੀਕ, ਪਰ ਮੈਨੂੰ ਇਸ ਗੀਤ ਵਿੱਚ ਇੱਕ ਮਰਦ ਅਤੇ ਤੀਵੀਂ ਦੇ ਭਰਵੇਂ ਡੁੱਲਦੇ ਪਿਆਰ ਦੀ ਝਲਕ ਦਿਸਦੀ ਹੈ। ਅੰਬਰ ਮਰਦ ਦਾ ਚਿੰਨ੍ਹ ਹੈ ਅਤੇ ਧਰਤੀ ਤੀਵੀਂ ਦਾ। ਤੂੰ ਅੰਬਰ ਨੂੰ ਵੰਗਾਰਿਆ ਅਤੇ ਇਸ ਨੂੰ ਨਰੇਲ ਦਾ ਰੁੱਖ ਆਖਿਆ। ਨਰੇਲ ਦਾ ਉੱਚਾ ਰੁੱਖ ਮਰਦ ਦਾ ਚਿੰਨ੍ਹ ਹੈ। ਤੂੰ ਚੰਨ ਅਤੇ ਚਿੱਟੀ ਗਰਈ ਦਾ ਜ਼ਿਕਰ ਕੀਤਾ ਜੋ ਤੀਵੀਂ ਦਾ ਰੂਪ ਹੈ। ਹਰ ਤਿਉਹਾਰ ਉੱਤੇ ਸ਼ੁਭ ਕੰਮ ਕਰਨ ਲੱਗੇ ਨਾਰੀਅਲ ਤੋੜਦੇ ਹਾਂ ਅਤੇ ਇਸ ਦੇ ਖੋਪੇ 'ਤੇ ਪਾਣੀ ਨੂੰ ਚੱਕਦੇ ਹਾਂ। ਨਾਰੀਅਲ ਦਾ ਟੁੱਟਣਾ ਮਰਦ ਤੇ ਤੀਵੀਂ ਦੇ ਪਹਿਲੇ ਸੰਗ ਦੇ ਵਿਲਾਸ ਮੱਤੇ ਅਨੁਭਵ ਦਾ ਚਿੰਨ੍ਹ ਹੈ। ਤੇਰਾ ਗੀਤ ਇਸਤਰੀ ਪੁਰਸ਼ ਦੇ ਡੂੰਘੇ ਮਾਨਸਿਕ, ਆਤਮਿਕ ਤੇ ਸਰੀਰਕ ਆਨੰਦ ਦਾ ਵਰਣਨ ਕਰਦਾ ਹੈ। ਉਹ ਸੋਚਣ ਲੱਗ ਪਈ। ਉਸਨੇ ਇਹ ਸਭ ਕੁਝ ਨਹੀਂ ਸੀ ਸੋਚਿਆ, ਉਸਨੇ ਸਿਰਫ ਜਜ਼ਬਾ ਮਹਿਸੂਸ ਕੀਤਾ ਸੀ। ਉਸਦੇ ਸੁਚੇਤ ਮਨ ਵਿੱਚ ਭਾਵੇਂ ਸਿਰਫ
ਬੰਬਈ ਦੇ ਸਮੁੰਦਰ ਦਾ ਕੰਢਾ, ਨਾਰੀਅਲ ਦਾ ਰੁੱਖ ਤੇ ਚੰਨ ਸੀ, ਪਰ ਉਸਦੇ ਅਚੇਤ ਮਨ ਵਿੱਚ ਇੱਕ ਭਰਪੂਰ ਇਸਤਰੀ ਤੇ ਮਰਦ ਦੇ ਉਛਲਦੇ ਹੋਏ ਵੇਗ ਸਨ। ਅਸੀਂ ਦੋਵੇਂ ਚੁੱਪ ਹੋ ਗਏ। ਅਗਲੀ ਕਵਿਤਾ ਪੜ੍ਹ, ਮੈਂ ਆਖਿਆ। ਇਸ ਦਾ ਅਰਥ ਵੀ ਇਸ ਤਰ੍ਹਾਂ ਹੀ ਕਰੇਗਾ? ਪਤਾ ਨਹੀਂ, ਸੁਣਾਂਗਾ ਤਾਂ ਜੋ ਮੇਰੇ ਮਨ ਵਿੱਚ ਆਇਆ ਆਖ ਦਿਆਂਗਾ। ਉਸਨੇ ਦੂਜੀ ਕਵਿਤਾ ਪੜ੍ਹੀ। ਇਹ ਕਿਸੇ ਪਿਆਰੇ ਦੀ ਚਿੱਠੀ ਦੇ ਜਵਾਬ ਵਿੱਚ ਲਿਖੀ ਹੋਈ ਸੀ। ਉਸਦੇ ਬਹੁਤੇ ਗੀਤ ਦਿਲ ਦਾ ਰਾਜ ਹਨ, ਕਦੇ ਹੌਕੇ, ਕਦੇ ਹਾਸਾ, ਕਦੇ ਰੰਜ ਦੀਆਂ ਚੀਸਾਂ ਤੇ ਕਦੇ ਖੁਸ਼ੀ ਦੀਆਂ ਕਿਰਨਾਂ। ਕਦੇ ਉਹ ਸ਼ਿਕਾਇਤ ਕਰਦੀ ਤੇ ਕਦੇ ਉਹ ਮਾਣ ਕਰਦੀ ਤੇ ਕਦੇ ਉਹ ਯਾਦ ਕਰਦੀ ਤੇ ਕਦੇ ਸੁਫਨੇ ਲੈਂਦੀ। ਇਹ ਸਭ ਗੀਤ ਆਪ ਬੀਤੀ ਸਨ। ਇਸ ਕਰਕੇ ਇਹਨਾਂ ਵਿੱਚ ਦਰਦ ਵੀ ਹੈ ਤੇ ਅਸਰ ਵੀ। ਮੈਂ ਕੁਝ ਚਿਰ ਰੁਕ ਕੇ ਪੁੱਛਿਆ, ਅਮਰਤਾ, ਤੈਨੂੰ ਪਿਆਰ ਨੇ ਬਹੁਤ ਦੁੱਖ ਦਿੱਤਾ ਹੈ? ਬਹੁਤ। ਹਾਂ, ਦੁੱਖ ਵੀ ਤੇ ਸੁੱਖ ਵੀ। ਪਿਆਰ ਦਾ ਬਿਰਹਾ ਦੁੱਖ ਹੈ, ਪਰ ਇਸ ਦੀਆਂ ਜੜ੍ਹਾਂ ਵਿੱਚ ਸੁੱਖ ਹੈ। ਇਸ ਤਰ੍ਹਾਂ ਸੁੱਖ ਦੀ ਕੁੱਖ ਵਿੱਚੋਂ ਦੁੱਖ ਜਨਮ ਲੈਂਦਾ ਹੈ। ਮੈਂ ਦੋਹਾਂ ਨੂੰ ਇੱਕ ਮਿਕ ਕਰ ਜਾਂਦੀ ਹਾਂ। ਇੰਝ ਲੱਗਦਾ ਜਿਵੇਂ ਚੁੰਨੀ ਦੇ ਦੋ ਸਿਰੇ ਹੋਣ, ਇੱਕ ਦੁੱਖ ਤੇ ਇੱਕ ਸੁੱਖ। ਮੈਂ ਇਹ ਚੁੰਨੀ ਸਿਰ ਤੇ ਲੈ ਲਈ ਤੇ ਇਸ ਦੀਆਂ ਦੋਵੇਂ ਕੰਨੀਆਂ ਆਪਣੇ ਦੰਦਾਂ ਹੇਠ ਦਬਾ ਲਈਆਂ ਨੇ। ਉਨੀ ਦਿਨੀ ਮੈਂ ਉਸਦੀ ਇੱਕ ਹੋਰ ਕਵਿਤਾ ਉਸਦੀ ਡਾਇਰੀ ਵਿੱਚੋਂ ਪੜ੍ਹੀ। ਇੱਕ ਬੰਦ ਮੇਰੇ ਦਿਮਾਗ ਵਿੱਚ ਅਟਕਿਆ ਰਿਹਾ ਤੇ ਇਹ ਗੀਤ ਉਸ ਕਿਸੇ ਦੋਸਤ ਨਾਲ ਇੰਡੀਆ ਗੇਟ ਸੈਰ ਕਰਦੀ ਨੇ ਆਖਿਆ ਸੀ। ਡਾਇਰੀ ਵਿੱਚ ਨੋਟ ਕਰ ਲਿਆ ਸੀ। ਉਸਦੇ ਪਹਿਲੇ ਗੀਤ ਵਿੱਚ ਤਰੇਲ ਧੋਤੇ ਫੁੱਲਾਂ, ਬੱਦਲਾਂ ਦੇ ਪੱਲਿਆਂ ਤੇ ਸਾਂਝ ਦੀਆਂ ਲਾਲੀਆਂ ਦਾ ਵਰਣਨ ਸੀ। ਜਜ਼ਬਿਆਂ ਦੀ ਝੱਗ ਦਾ ਬਿਆਨ ਸੀ, ਅੱਗ ਦਾ ਨਹੀਂ। ਉਸ ਵੇਲੇ ਉਹ ਬਹਿਬਲ ਸੀ ਤੇ ਕਿਸੇ ਅਣਜਾਣੇ ਪਿਆਰ ਦੇ ਅਣਜਾਣੇ ਤੇ ਅਣਮਾਣੇ ਰਸ ਦਾ ਜ਼ਿਕਰ ਕਰ ਰਹੀ ਸੀ। ਲੰਮੀਆਂ ਵਾਟਾਂ ਵਿੱਚ ਉਹ ਹਾਰੀ ਹੱਟੀ ਇਸਤਰੀ ਦਾ ਜ਼ਿਕਰ ਕੀਤਾ। ਮਾਸ ਦੀ ਗੁੱਡੀ ਤੇ ਘਰੇਲੂ ਜ਼ਿੰਦਗੀ ਦੇ ਚੱਕਰਵਿਊਹ ਨੂੰ ਚਿੱਤਰਿਆ। ਪਿਆਰ ਤੇ ਜਿਸਮ ਦੇ ਰਿਸ਼ਤੇ ਬਾਰੇ ਦੱਸਿਆ, ਪਰ ਇੱਕ ਪਰਦੇ ਦੀ ਓਟ ਵਿੱਚ। ਉਸਨੂੰ ਹੌਲੀ ਹੌਲੀ ਢੋਂਗ, ਝੂਠੀ ਓਟ ਤੇ ਸਮਾਜਿਕ ਪੈਗੰਬਰਾਂ ਤੋਂ ਚਿੜਾਉਣ ਲੱਗੀ। ਸਮਾਜ ਕੀ ਹੈ? ਬਹੁਤ ਸਾਰੇ ਲੋਕਾਂ ਦਾ ਬਣਾਇਆ ਕਾਨੂੰਨ, ਜਿਸ ਨੂੰ ਉਹ ਆਪ ਨਹੀਂ ਮੰਨਦੇ ਪਰ ਅੰਨ੍ਹੇਵਾਹ ਦੂਜਿਆਂ ਤੇ ਲਾਗੂ ਕਰਨਾ ਆਪਣਾ ਧਰਮ ਸਮਝਦੇ ਹਨ। ਸਭ ਤੋਂ ਵੱਡੀ ਵਸਤੂ ਇਨਸਾਨੀਅਤ ਹੈ, ਪਿਆਰ ਹੈ, ਸੱਚਾਈ ਹੈ। ਉਸਨੇ ਆਪਣੇ ਦਿਲ ਦੀਆਂ ਡੂੰਘਾਣਾਂ ਵਿੱਚ ਝਾਤ ਮਾਰੀ। ਮੁਲੰਮੇ ਵਰਗੀ ਝੂਠੀ ਸੰਗ ਲੱਥ ਗਈ। ਇੱਕਦਮ ਆਕਾਸ਼ ਉੱਚਾ ਜਾਪਣ ਲੱਗਾ। ਧਰਤੀ ਚੌੜੀ ਤੇ ਰੁੱਖਾਂ, ਪਾਣੀਆਂ ਤੇ ਸੂਰਜ ਤੇ ਤਾਰਿਆਂ ਦਾ ਨਵਾਂ ਰੂਪ ਦਿਸਣ ਲੱਗਾ। ਇਸ ਪਿੱਛੋਂ ਉਹ ਬੰਬਈ ਚਲੀ ਗਈ ਤੇ ਕਈ ਮਹੀਨੇ ਮੈਨੂੰ ਨਾ ਮਿਲੀ। ਜਦ ਦੁਬਾਰਾ ਚਿੱਠੀ ਆਈ ਤਾਂ ਬਹੁਤ ਗਵਾਚੀ ਹੋਈ ਤੇ ਉਦਾਸ ਸੀ, ਜਿਵੇਂ ਕੋਈ ਚੀਜ਼ ਕਿਤੇ ਭੁੱਲ ਆਈ ਹੋਵੇ। ਕੁਝ ਦਿਨਾਂ ਪਿੱਛੋਂ ਮੈਨੂੰ ਉਹ ਮਿਲੀ। ਮੈਂ ਆਖਿਆ, ਆਕਾਸ਼ ਕਿਤਨਾ ਖੁੱਲ੍ਹਾ ਹੈ ਹੋਵੇਗਾ, ਉਸ ਉੱਤੇ ਧੁੱਪ ਕਿਤਨੀ ਨਿੱਘੀ ਹੈ ਹੋਵੇਗੀ, ਘਾਹ ਕਿਤਨਾ ਸਾਵਾ ਹੈ ਹੋਵੇਗਾ। ਕੁਝ ਦਿਨਾਂ ਪਿੱਛੋਂ ਮੈਂ ਉਸਨੂੰ ਮਿਲਣ ਗਿਆ। ਜਦ ਮੈਂ ਪੁੱਜਾ ਤਾਂ ਉਹ ਬਿਸਤਰੇ ਵਿੱਚ ਪਈ ਸੀ, ਵਾਲ ਖੁੱਲ੍ਹੇ, ਚਿਹਰੇ ਉੱਤੇ ਉਦਾਸ ਹਾਸੀ, ਅੱਖਾਂ ਦੇ ਗਿਰਦ ਰਸੌਂਤੀ ਛੱਲੇ, ਫਿੱਕੀ ਸ਼ਾਨ ਨੇ ਸਾਰੇ ਚਿਹਰੇ ਨੂੰ ਕੱਜਿਆ ਹੋਇਆ ਸੀ। ਬਹੁਤ ਤਕਲੀਫ ਹੈ ਬਲਵੰਤ, ਅੱਜ ਉਸ ਆਖਿਆ, ਗਰਦਨ ਵਿੱਚ, ਪਿੱਠ ਵਿੱਚ, ਸਾਰੇ ਵਜੂਦ ਵਿੱਚ। ਸੁਣਿਆ ਹੈ ਕੱਲ੍ਹ ਬੇਗਮ ਜ਼ੈਦੀ ਹੱਸਦੀ ਖੇਡਦੀ ਮਰ ਗਈ। ਉਸਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਸੀ। ਮੇਰੇ ਦਿਲ ਵਿੱਚ ਤਾਂ ਡੋਬ ਪੈਂਦੇ ਨੇ, ਮੈਨੂੰ ਕਿਉਂ ਨਹੀਂ ਕੁਝ ਹੁੰਦਾ? ਉਸਦੇ ਸਿਰਹਾਣੇ ਕੁਝ ਕਾਗਜ਼ ਪਏ ਸਨ। ਤੂੰ ਕੀ ਲਿਖਦੀ ਹੈ? ਕੀ ਲਿਖਿਆ ਹੈ? ਮੈਂ ਪੁੱਛਿਆ। 2 ਦਿਨ ਦੀ ਇਸੇ ਤਰ੍ਹਾਂ ਪਈ ਨੂੰ ਸੁਪਨੇ ਆਉਂਦੇ ਨੇ, ਉਲਝੀਆਂ ਝਾੜੀਆਂ ਜਿਹੀਆਂ, ਤੇ ਫਿਰ ਇਹ ਆਪੇ ਹੀ ਇਹਨਾਂ ਚਿੱਤਰਾਂ ਨੂੰ ਇਕੱਠੇ ਕਰ ਲੈਂਦੀ ਹਾਂ। ਉੜਦੀਆਂ ਤਿਤਲੀਆਂ ਨੂੰ ਜਿਵੇਂ ਕੋਈ ਕੁੜੀ ਫੜ ਝੋਲੇ ਵਿੱਚ ਪਾ ਲਵੇ ਤੇ ਫਿਰ ਉਹਨਾਂ ਦੇ ਰੰਗ ਬਰੰਗੇ ਖੰਭਾਂ ਨੂੰ ਆਪਣੀ ਕਿਤਾਬ ਵਿੱਚ ਸੂਈ ਨਾਲ ਸੀ ਲਵੇ। ਕਈ ਵਾਰ ਮੈਨੂੰ ਆਪਣੀਆਂ ਕਵਿਤਾਵਾਂ ਵਿੱਚ ਮਰੀਆਂ ਹੋਈਆਂ ਤਿਤਲੀਆਂ ਲੱਗਦੀਆਂ। ਕਿੰਨਾ ਮੁਸ਼ਕਿਲ ਹੈ ਜਿੰਦੇ ਜਾਗਦੇ ਖਿਆਲ ਨੂੰ ਕਰਨਾ। ਮੈਨੂੰ ਤਾਂ ਇਹ ਜ਼ੁਲਮ ਜਿਹਾ ਲੱਗਦਾ ਹੈ। ਤੂੰ ਬਿਮਾਰੀ ਦੀ ਹਾਲਤ ਵਿੱਚ ਲਿਖਦੀ ਰਹੀ ਹੈ। ਇੱਕ ਨਿਜ਼ਮ ਲਿਖੀ ਹੈ। ਮੈਂ ਤਾਂ ਇਸ ਤਰ੍ਹਾਂ ਨਹੀਂ ਕਦੇ ਵੀ ਨਾ ਲਿਖ ਸਕਾਂ। ਮੁਸੀਬਤ ਵਿੱਚ ਨਹੀਂ ਲਿਖ ਸਕਦਾ, ਨਾ ਬਹੁਤੇ ਸੁੱਖ ਵਿੱਚ। ਮੈਂ ਉਦੋਂ ਲਿਖਦਾ ਜਦੋਂ ਪੈਸੇ ਦੀ ਤੋਟ ਹੋਵੇ ਜਾਂ ਕਿਸੇ ਨੂੰ ਉਡੀਕ ਰਿਹਾ ਹੋਵਾਂ। ਉਡੀਕ ਵਿੱਚ ਤੂੰ ਕਿਵੇਂ ਲਿਖ ਸਕਦਾ? ਉਡੀਕ ਵਿੱਚ ਇੱਕ ਵਾਰੀ ਮੈਂ ਇੱਕ ਕੁੜੀ ਨੂੰ ਉਡੀਕ ਰਿਹਾ ਸੀ। ਉਸ 6 ਵਜੇ ਆਉਣਾ ਸੀ, 8 ਵਜੇ ਆਈ। 2 ਘੰਟੇ ਮੈਂ ਕਹਾਣੀ ਲਿਖਦਾ ਰਿਹਾ ਉਸ ਬਾਰੇ, ਨਹੀਂ ਇੱਕ ਨਿਹੰਗ ਬਾਰੇ। ਤੂੰ ਚੰਗੀ ਬਿਮਾਰ ਹੁੰਦੀ ਹੈ, ਕਹਾਣੀਆਂ ਲਿਖਦੀ ਹੈ, ਪਰ ਕੋਈ ਇਸ ਲਈ ਥੋੜ੍ਹਾ ਹੀ ਬਿਮਾਰ ਹੁੰਦਾ ਹੈ ਕਿ ਉਸ ਵਿੱਚੋਂ ਕਵਿਤਾ ਕੱਢ ਲਵੇ। ਜ਼ਿੰਦਗੀ ਵੀ ਤਕਲੀਫ ਹੈ, ਬਿਮਾਰੀ ਉਂਝ ਵੀ ਬਥੇਰੀ ਹੈ। ਇਸ ਨੂੰ ਘੇਰ ਕੇ ਪਰਚਾ ਕੇ ਆਪਣੇ ਕੋਲ ਲਿਆਉਣ ਦੀ ਲੋੜ ਨਹੀਂ। ਮੈਂ ਕਾਗਜ਼ ਚੁੱਕ ਲਏ। ਇਹ ਕਵਿਤਾ ਕਿਸ ਬਾਰੇ ਲਿਖੀ ਹੈ? ਨਵੇਂ ਸਾਲ ਬਾਰੇ। ਨਵਾਂ ਸਾਲ ਮੁਬਾਰਕ ਹੋਵੇ ਉਸ ਨੂੰ ਨਵਾਂ ਸਾਲ। ਕਿਸ ਨੂੰ? ਉਸੇ ਨੂੰ। ਮੈਂ ਉਸ ਦੀਆਂ ਅੱਖਾਂ ਵੱਲ ਤੱਕਿਆ। ਉਹਨਾਂ ਵਿੱਚ ਇੱਕ ਠੰਡਾ ਛਾਲਾ ਭੜਕਿਆ। ਤੂੰ ਉਸ ਬਾਰੇ ਹੁਣ ਵੀ ਸੋਚਦੀ ਹੈ? ਹਾਂ, ਪਤਾ ਨਹੀਂ ਕਿਉਂ। ਹਾਲਾਂਕਿ ਮੈਂ ਸਮਝਦੀ ਹਾਂ ਕਿ ਹੁਣ ਉਸ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਰਿਹਾ, ਪਰ ਮੇਰੀਆਂ ਨਸਾਂ ਵਿੱਚ ਵਗਦੇ ਖੂਨ ਵਿੱਚ ਉਸ ਦਾ ਸਾਹ ਹੈ। ਪਤਾ ਨਹੀਂ ਕਿਸ ਤਰ੍ਹਾਂ ਜ਼ਹਿਰ ਵਾਂਗ ਉਹ ਮੇਰੇ ਲਹੂ ਵਿੱਚ ਘੁਲ ਗਿਆ ਹੈ। ਉਸ ਨਾਲ ਮੈਨੂੰ ਹੁਣ ਕੋਈ ਲਗਾਅ ਨਹੀਂ, ਕੋਈ ਪਿਆਰ ਨਹੀਂ, ਸਗੋਂ ਨਫ਼ਰਤ ਹੈ, ਜਾਂ ਸ਼ਾਇਦ ਨਫ਼ਰਤ ਵੀ ਨਹੀਂ। ਫਿਰ ਇੱਕ ਇਹੋ ਜਿਹਾ ਜਜ਼ਬਾ ਹੈ, ਇੱਕ ਬੇਵਸ ਜਿਹਾ ਕੌੜਾ ਜਜ਼ਬਾ, ਜਿਵੇਂ ਅੱਧ ਪੱਕਾ ਅੰਬ ਤੋੜ ਕੇ ਖਾ ਲਿਆ ਹੋਵੇ ਤੇ ਫਿਰ ਉਸ ਅੰਬ ਦੀ ਡੋਡੀ ਦਾ ਕਸੈਲਾ ਜਿਹਾ ਰਸ ਮੂੰਹ ਵਿੱਚ ਰਹਿ ਜਾਵੇ। ਕੁਝ ਅਜੀਬ ਜਿਹਾ ਸੁਆਦ ਹੈ ਜੀਭ ਉੱਤੇ। ਤੂੰ ਉਸਨੂੰ ਇਤਨਾ ਯਾਦ ਕਿਉਂ ਕਰਦੀ ਹੈ? ਉੱਕਾ ਨਹੀਂ, ਮੈਨੂੰ ਉਹ ਯਾਦ ਨਹੀਂ ਆਉਂਦਾ। ਮੈਂ ਸੋਚਦੀ ਹਾਂ ਚੰਗਾ ਹੋਇਆ ਜੋ ਇਹ ਚੈਪਟਰ ਮੇਰੀ ਜ਼ਿੰਦਗੀ ਵਿੱਚੋਂ ਮੁੱਕਾ। ਜਦ ਵੀ ਮੈਂ ਤੈਨੂੰ ਮਿਲਦਾ ਹਾਂ ਤੂੰ ਉਸੇ ਦੀਆਂ ਗੱਲਾਂ ਕਰਦੀ ਹੈ। ਜੇ ਤੈਨੂੰ ਕੋਈ ਲਗਾਓ ਨਹੀਂ ਤਾਂ ਕਿਉਂ ਉਸਨੂੰ ਯਾਦ ਕਰਦੀ ਹੈ? ਤੇਰੀ ਨਵੀਂ ਕਹਾਣੀ ਮਲਾਹ ਦਾ ਫੇਰਾ ਉਸ ਬਾਰੇ ਹੈ। ਇਹ ਨਜ਼ਮ ਦੀ
ਇਹ ਨਜ਼ਮ ਵੀ ਸ਼ਾਇਦ ਉਸ ਬਾਰੇ ਹੈ। ਹਾਂ, ਮੈਂ ਫਸਾਦਾਂ ਬਾਰੇ ਲਿਖਿਆ ਹੈ ਅਤੇ ਉਸ ਲਾਹੌਰ ਬਾਰੇ ਵੀ ਜੋ ਮੇਥੋਂ ਤਰੁੰਡਿਆ ਗਿਆ, ਅਤੇ ਨਫ਼ਰਤ ਬਾਰੇ ਅਤੇ ਗਰੀਬੀ ਬਾਰੇ ਅਤੇ ਸੱਧਰਾਂ ਬਾਰੇ ਜਿਨ੍ਹਾਂ ਦੀ ਸੰਗੀ ਕੁੱਟੀ ਗਈ। ਮੈਂ ਫਸਾਦ, ਨਫ਼ਰਤ, ਗਰੀਬੀ ਨੂੰ ਪਿਆਰ ਨਹੀਂ ਕਰਦੀ, ਫਿਰ ਵੀ ਇਹਨਾਂ ਬਾਰੇ ਲਿਖਦੀ ਹਾਂ। ਇਹ ਆਖ ਕੇ ਉਹ ਮੈਨੂੰ ਕਵਿਤਾ ਸੁਣਾਈ ਉਸਨੇ। ਇਸ ਦਾ ਨਾਂ ਕੀ ਰੱਖਿਆ, ਮੈਂ ਪੁੱਛਿਆ ਉਸ। ਸਾਲ ਮੁਬਾਰਕ। ਇਹ ਸਿਰਲੇਖ ਠੀਕ ਹੋਵੇਗਾ? ਇਸ ਵਿੱਚ ਜੋ ਗੱਲ ਮੈਂ ਆਖਣਾ ਚਾਹੁੰਦੀ ਹਾਂ ਆ ਜਾਂਦੀ ਹੈ। ਤੂੰ ਮਾਜ਼ੀ ਦੇ ਇਸ ਪਾਟੇ ਹੋਏ ਝੋਲੇ ਨੂੰ ਲਾਹ ਕਿਉਂ ਨਹੀਂ ਸੁੱਟਦੀ? ਮੈਂ ਇਸ ਨੂੰ ਲਾਹ ਕਿਵੇਂ ਸੁੱਟਾਂ? ਮੈਂ ਖੁਦ ਇੱਕ ਪਾਟਿਆ ਹੋਇਆ ਝੋਲਾ। ਉਹ ਫਿਰ ਚੁੱਪ ਹੋ ਗਈ ਅਤੇ ਕੁਝ ਸੋਚਣ ਲੱਗੀ। ਛੱਤ ਵੱਲ ਤੱਕਦੀ ਰਹੀ। ਰੱਤਾ ਠਹਿਰ ਕੇ ਬੋਲੀ, ਮੈਂ ਸੋਚਾਂ ਤੋਂ ਸੁਤੰਤਰ ਹੋਣਾ ਚਾਹੁੰਦੀ ਹਾਂ। ਨਾ ਚੰਗੀ ਸੋਚ, ਨਾ ਮਾੜੀ ਸੋਚ। ਮੇਰੀਆਂ ਸੋਚਾਂ ਆਜ਼ਾਦ ਨਹੀਂ। ਇੱਕ ਟਹਿਣੀ ਵਾਂਗ ਮੇਰੀਆਂ ਸੋਚਾਂ ਦੇ ਪੈਰ ਵੱਜੇ ਹੋਏ ਹਨ। ਤੂੰ ਆਜ਼ਾਦ ਹੈ? ਕਿੱਥੇ? ਨਹੀਂ ਬਲਵੰਤ, ਤੂੰ ਆਜ਼ਾਦ ਹੈ। ਮੈਂ ਉਸ ਪੰਛੀ ਵਾਂਗ ਹਾਂ ਜੋ ਖੁੱਲ੍ਹੇ ਆਕਾਸ਼ ਵਿੱਚ ਉੱਡ ਰਿਹਾ ਹਾਂ। ਥੱਕ ਕੇ ਕਦੇ ਮੇਰੇ ਵਰਗਾ ਆਜ਼ਾਦ ਪੰਛੀ ਧਰਤੀ ਉੱਤੇ ਆ ਡਿੱਗਦਾ ਹੈ। ਲੋਕ ਆਖਦੇ ਹਨ ਮਰ ਗਿਆ, ਹੁਣ ਤਾਂ ਇਹ ਹੱਸ ਰਿਹਾ ਸੀ। ਮੈਨੂੰ ਇਸ ਥਾਵੇਂ ਆਜ਼ਾਦ ਪੰਛੀ ਦਾ ਵੀ ਪਤਾ ਹੈ। ਜ਼ਿੰਦਗੀ ਵਿੱਚ ਕਿਤਨੀਆਂ ਮਜਬੂਰੀਆਂ ਹਨ। ਕਈ ਵਾਰ ਇੰਝ ਲੱਗਦਾ ਹੈ ਕਿ ਇਹਨਾਂ ਮਜਬੂਰੀਆਂ ਦੀ ਸਖਤ ਧਰਤੀ ਪਾੜ ਕੇ ਹੀ ਜਵਾਲਾਮੁਖੀ ਦੀ ਲਾਟ ਨਿਕਲ ਜਾਂਦੀ ਹੈ। ਬਹੁਤੀ ਕਵਿਤਾ ਇਸੇ ਤਰ੍ਹਾਂ ਸੀਨੇ ਵਿੱਚੋਂ ਨਿਕਲਦੀ ਹੈ। ਅਮਰਤਾ ਜੋ ਕਵਿਤਾ ਅੱਜ ਲਿਖ ਰਹੀ ਹੈ ਉਹ ਸੁੰਦਰ ਹੈ, ਡੂੰਘੀ ਹੈ, ਦਿਲ ਟੁੰਬਵੀਂ ਹੈ। ਅਮਰਤਾ ਦੀ ਕਵਿਤਾ ਸੋਹਣੀ ਹੈ, ਅਮਰਤਾ ਆਪ ਵੀ ਸੋਹਣੀ ਹੈ। ਸੋ ਸਮਾਪਤ ਹੁੰਦਾ ਰੇਖਾ ਚਿੱਤਰ। ਥੋੜ੍ਹੀ ਵੀਡੀਓ ਵੱਡੀ ਤਾਂ ਜ਼ਰੂਰ ਹੋ ਗਈ ਹੈ, ਪਰ ਬਹੁਤ ਸੋਹਣਾ। ਅਮਰਤਾ ਪ੍ਰੀਤਮ ਬਾਰੇ ਬਹੁਤ ਲੇਖਕਾਂ ਨੇ ਲਿਖਿਆ ਹੋਏਗਾ, ਮਤਲਬ ਪਰ ਬਲਵੰਤ ਗਾਰਗੀ ਜਿਵੇਂ ਔਰਤ ਨੂੰ ਲਿਖਦੇ ਆ ਨਾ, ਉੱਦਾਂ ਸ਼ਾਇਦ ਹੀ ਕੋਈ ਲੇਖਕ ਲਿਖ ਸਕਦਾ। ਮਤਲਬ ਬਲਵੰਤ ਗਾਰਗੀ ਔਰਤ ਦੀਆਂ ਕਮੀਆਂ ਵੀ ਦੱਸਦਾ ਆ, ਪਰ ਬਹੁਤ ਹੀ ਪ੍ਰੇਰਿਤ ਕਰਦਾ ਹੋਇਆ ਉਹਨੂੰ ਦੱਸਦਾ ਆ ਵੀ ਅੱਗੇ ਤੋਂ ਉਹਦੇ ਵਿੱਚ ਸੁਧਾਰ ਆਵੇ ਅਤੇ ਉਹ ਅੱਗੇ ਵਧੇ। ਨਾ ਕਿ ਉਹਦਾ ਕੋਈ ਮਜ਼ਾਕ ਉਡਾਉਣ ਲਈ ਜਾਂ ਉਹਨੂੰ ਇੰਨਾ ਉਹਦੀਆਂ ਕਮੀਆਂ ਕੱਢ ਕੇ ਉਹਨੂੰ ਕਮਜ਼ੋਰ ਕਰ ਦੇਵੇ ਕਿ ਉਹ ਬਾਅਦ 'ਚ ਉੱਠਣ ਜੋਗੀ ਹੀ ਨਾ ਹੋਵੇ, ਜਾਂ ਉਹਨੂੰ ਲਾਹਨਤਾਂ ਪਾਉਣੀਆਂ। ਇਸ ਤਰ੍ਹਾਂ ਦਾ ਨਹੀਂ ਆ ਬਲਵੰਤ ਗਾਰਗੀ ਦੇ ਵਿੱਚ। ਦੇਖ ਲੈਣਾ ਉਹਦੀਆਂ ਕਿਸੇ ਵੀ ਰਚਨਾ 'ਚ, ਉਹ ਸਗੋਂ ਔਰਤ ਨੂੰ ਅੱਗੇ ਵਧਾਉਂਦਾ ਆ। ਠੀਕ ਹੈ ਜੀ, ਤੁਹਾਡਾ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਫਿਰ ਕਰਦੇ ਹਾਂ ਅਗਲਾ ਰੇਖਾ ਚਿੱਤਰ। ਧੰਨਵਾਦ। ਉਹ ਛੋਟੇ ਨੇ, ਇਹ ਵੱਡਾ ਸੀ ਰੇਖਾ ਚਿੱਤਰ। ਠੀਕ ਹੈ ਜੀ, ਧੰਨਵਾਦ।